अकाल मूरत अजूनी सैपं गुर प्रसाद इक ओंकार सतनाम करता पुरख निरभउ निर्वैर अकाल मूरत अजूनी सैपं गुर प्रसाद इक ओंकार सतनाम करता पुरख निरभउ निर्वैर अकाल मूरत अजूनी सैपं गुर प्रसाद। वाहिगुरु 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 वाहिगुरु। गौड़ी महला नवा। मन रे कहाँ पायो तैं बौरा, मन रे कहाँ पायो तैं बौरा। अहनिस औद कटै नहीं जाने, पयो लोभ संग हौरा रहा। जो तन तैं अपनो कर मान्यो, और सुंदर ग्रह नारी इनमें कछ तेरो रे नाहन। देखो सोच विचारी, रतन जन्म अपनो तैं हार्यो, रतन जन्म अपनो तैं हार्यो। गोबिंद गत नहीं जानी, निमख नालीन पयो चरणन स्यों। बिरथा औद सिरानी, कहो नानक सोई नर सुखिया। राम नाम गुण गावे, और सगल जग माया मोहया। निरपै पद नहीं पावे, कहो नानक सोई नर सुखिया। राम नाम गुण गावे, और सगल जग माया मोहया। निरपै पद नहीं पावे। वाहिगुरु जी का खालसा, वाहिगुरु जी की फतेह। क्योंकि ਇਹ ਖੁੱਲੀ ਕਲਾਸ ਹੈ ਤੇ ਅੱਜ ਦਾ ਟੌਪਿਕ ਵੀ ਪ੍ਰਤੀਤ ਸੀ ਤੇ ਮੈਂ ਕਿਹਾ ਇਟ ਵਿਲ ਬੀ ਵੈਰੀ ਐਪਰੋਪਰੀਏਟ। ਮਾਲਕ ਨੇ ਸਾਡੇ ਸਾਰਿਆਂ ਦੇ ਦਿਮਾਗਾਂ ਨੂੰ ਹੁੰਝਾ ਫੇਰਤਾ।
ਅਸੀਂ ਗੱਲ ਪ੍ਰਤੀਤੀ ਦੀ ਕਰਨੀ ਹੈ, ਹਾਲੇ ਕੀਤੀ ਨਹੀਂ, ਪਰ ਸ਼ਾਇਦ ਮੈਂਟਲੀ ਪ੍ਰਿਪੇਅਰ ਤੇ ਸੋਚ ਕੇ ਤੇ ਆਏ ਹੋਵਾਂਗੇ ਨਾ ਅੱਜ ਪ੍ਰਤੀਤੀ ਦੀ ਗੱਲ ਕਰ। ਤੇ ਇੱਥੇ ਆ ਕੇ ਕੀ ਕੀਤਾ ਅਸੀਂ? ਐਂਡ ਇਜ਼ देयर one time ਕਿ ਅਸੀਂ ਇੱਥੇ ਆ ਕੇ ਟੌਪਿਕ ਤੋਂ ਇਲਾਵਾ ਅਦਰਨੈਸ ਦੀ ਨਹੀਂ, ਆਈਨੈਸ ਦੀ ਨਹੀਂ, ਵਨਨੈਸ ਦੀ ਗੱਲ ਕੀਤੀ ਹੋਵੇ? ਮੈਨੂੰ ਨਹੀਂ ਯਾਦ। I'll be honest। ਫਿਰ ਅਸੀਂ ਇਹਨੂੰ ਕਹਿ ਦਿੰਦੇ ਹਾਂ ਕਿ ਚਲੋ ਅਸੀਂ ਇਹ ਗੱਪਸ਼ਪ ਮਾਰ ਰਹੇ ਹਾਂ। ਉਹ ਭਾਈ ਗੱਪਸ਼ਪ ਤੇ ਦੂਸਰਾ ਪਾਸਾ ਵੀ ਤੇ ਹੈ। ਜਦੋਂ ਅਸੀਂ ਅਦਰਨੈਸ ਚ ਜਾਂਦੇ ਆ, ਉੱਥੇ ਤੇ ਸਵਾਲ ਹੀ ਨਹੀਂ ਹੁੰਦਾ ਵਨਨੈਸ ਦੀ ਗੱਲ ਕਰਨ ਦਾ, ਹੈਨਾ? ਪਰ ਜਦੋਂ ਅਸੀਂ ਵਨਨੈਸ ਚ ਆਏ ਆ, ਉਦੋਂ ਵੀ ਕਹਿੰਦੇ ਚਲੋ ਥੋੜੇ ਜਿਹੇ ਚਿਟ ਚੈਟ ਕਰ ਲਿਆ, ਚਿਲ ਕਰ ਲਿਆ। What's the difference? So ਅੱਜ ਦਾ ਸ਼ਬਦ, ਜੇ ਪ੍ਰਤੀਤੀ ਦੀ ਗੱਲ ਤੋਂ ਹੀ ਕਰਨਾ ਹੈ ਤੇ ਮੇਰਾ ਮਾਲਕ ਕਹਿੰਦਾ ਵੀ ਮਨ ਰੇ ਕਹਾਂ ਪਏ ਹੋਤਾ ਹੈ ਮੋਰਾ, ਕਿੱਥੇ ਪਾਗਲ ਹੋਇਆ ਪਿਆ? ਅੱਛਾ, ਫਿਰ ਜੇ ਮੈਂ ਅਸੀਂ ਕੋਈ ਮੇਰੇ ਵਰਗਾ ਪੁਆਇੰਟ ਆਊਟ ਕਰਦੇ ਤਾਂ ਅਸੀਂ ਕਿੱਦਾਂ ਫਟਾਫਟ ਡਿਫੈਂਸਿਵ ਹੋ ਜਾਂਦੇ, ਐਜ਼ ਵੀ ਡਿਡ। ਸੋ ਇਹ ਹਰ ਪਲ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ, ਇੱਥੋਂ ਗੱਲ ਕਰਨੀ ਹੈ। ਜੇ ਮੈਂ ਕਹਿ ਰਿਹਾ ਮਨ ਰੇ ਕਹਾਂ ਪਏ ਹੋਤਾ ਹੈ ਮੋਰ, ਕੀ ਮੈਂ ਤੁਹਾਡੇ ਮਨ ਨੂੰ ਕਹਿ ਰਿਹਾ ਕਿ ਆਪਣੇ ਨੂੰ? ਕਿੱਥੇ ਪਾਗਲ ਹੋਇਆ ਪਿਆ? ਅਹਨਿਸ ਆਉਦ ਘਟੈ ਨਹੀਂ ਜਾਣਨੇ। ਹੁਣ ਵਿਸਵੇ ਚਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਆ, ਪਰ ਉਹ ਤੇ ਹੈ ਹੀ ਨਹੀਂ ਮੇਰੇ ਕੋਲ। ਉਹ ਅਵੇਅਰਨੈਸ ਹੀ ਨਹੀਂ ਹੈਗੀ, isn't it? ਭਇਓ ਲੋਭ ਸੰਗ ਹੌਰਾ, ਕਿਹੜੇ ਲੋਭ ਦੀ ਗੱਲ ਹੋ ਰਹੀ? ਅਸੀਂ ਕਹਿ ਦਿੰਦੇ ਹਾਂ 5 ਵਾਈਸਿਸ। We need to talk a lot about everything because Bani is very deep। ਲੋਭ ਕੀ ਹੈ? ਪਰ ਨਾਰੀ ਕੀ ਹੈ? ਪਰ ਗ੍ਰਹਿ ਕੀ ਹੈ? ਇਹ ਸਾਰੇ ਜਾਰਗਨਸ ਨੇ ਬਾਣੀ ਦੇ, ਜਿਨ੍ਹਾਂ ਨੂੰ ਅਸੀਂ ਬਾਣੀ ਦੇ ਐਨਕ ਤੋਂ ਦੇਖਣਾ, ਬਾਣੀ ਦੀ ਐਨਕ ਤੋਂ, isn't it? ਚਲੋ ਫਿਰ ਮੈਂ ਹੁਣ ਬੰਦ ਕਰਾਂ ਕਿਉਂਕਿ ਕਹੋਗੇ ਲਾ ਸ਼ੁਰੂ ਹੋ ਗਿਆ ਤੇ ਪੁੱਛੇ ਬਗੈਰ। Yes, tell me if I'm wrong. Any comments? No comments? ਆਨੰਦ ਸਾਹਿਬ ਪੜੀਏ। ਇਹ ਤੇ ਕਲਾਸ ਦੇ ਅਖੀਰ ਤੇ ਹੁੰਦਾ ਇਸ ਤਰ੍ਹਾਂ। ਇਹ ਭੋਗ ਪਾਤਾ ਸੀ। Topic covered? ਮਨਜੀਤ ਜੀ ਹੱਥ ਖੜਾ ਕਰ। ਹਾਂਜੀ ਮਨਜੀਤ ਜੀ। ਹਾਂਜੀ, ਇੱਕ ਸ਼ਬਦ ਮੈਂ ਲੈ ਕੇ ਆਂਦਾ ਜਿਹਦੇ ਤੇ ਆਪਾਂ ਸਾਰੇ ਸਾਂਝ ਪਾਈਏ, ਵਿਚਾਰ ਕਰੀਏ। ਯਾਰ ਪਹਿਲੇ ਮੇਰੀ ਗੱਲ ਦਾ ਜਵਾਬ ਦਿੱਤਾ ਨਹੀਂ ਪ੍ਰਧਾਨ ਸਾਹਿਬ, ਤੁਸੀਂ ਠੀਕ ਹੋ? I said correct me if I'm wrong। ਦੇਖੋ ਇਹ ਮੇਰਾ ਕਹਿਣ ਦਾ ਢੰਗ ਇਸ ਕਰਕੇ ਹੈ ਕਿ ਜਦੋਂ ਮੈਂ ਕਹਿੰਦਾ correct me if I'm wrong means does it applicable to you? If it is applying to me, मेरा question है is it applying to you? If not, then correct me। If no correction, that means it is applying to you। It's applicable to me too, मतलब as an individual। I didn't even understand why are you saying कि ਅਸੀਂ ਗੱਲ ਕਰ ਰਹੇ ਹਾਂ ਤੇ ਸਾਨੂੰ ਕੀ ਪ੍ਰਤੀਤ ਨਹੀਂ ਹੈ? Is that what you were trying to tell us? I didn't say that। Did I say that? No, I'm just asking। ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਅਸੀਂ ਗੱਲ ਪ੍ਰਤੀਤੀ ਦੀ ਕਰਨੀ ਹੈ। Yeah। ਇਹ ਪ੍ਰਤੀਤੀ ਵਨਨੈਸ ਦੀ ਹੈ ਕਿ ਅਦਰਨੈਸ ਦੀ ਹੈ ਕਿ ਆਈਨੈਸ ਦੀ ਹੈ? ਆਈਨੈਸ ਦੀ ਹੈ। ਨਹੀਂ, ਵਨਨੈਸ ਦੀ ਪ੍ਰਤੀਤੀ। ਕੋਵਿਡ ਵਨਨੈਸ ਦੀ ਪ੍ਰਤੀਤੀ ਹੈ?
Yes or no? Yes, because everybody. ਕਿੱਥੋਂ ਆਇਆ ਕੋਵਿਡ? ਇਹ ਦੇਖੋ, ਤੁਸੀਂ ਇੱਥੋਂ ਦੇਖੋ, ਇਹਦੇ ਚ ਨਾ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਬੜੀ ਵਾਰੀ ਕਿ ਅਦਰਨੈਸ ਕੀ ਹੈ, ਰਾਈਟ? ਜਿੱਥੇ ਇੱਕ ਹੈ ਨਾ, ਇੱਕ ਇਕਾਈ, ਉਹ ਰੱਬ ਹੈ। ਅਸੀਂ ਇੱਕ ਵਾਰੀ ਗੱਲ ਪਤਾ ਨਹੀਂ ਇੰਡੀਵਿਜੂਅਲ ਕੀਤੀ ਹੋਈ ਹੈ, sorry, I'm losing the track. ਕੱਢਣਾ ਜ਼ਰਾ 23ਵੀਂ ਅਸ਼ਟਪਦੀ ਹੈ, ਕੁਝ ਕਵੀਰਾਂ ਭੈਣਾਂ ਨਾਲ ਮੈਂ ਗੱਲ ਕੀਤੀ ਹੋਈ ਹੈ, ਸਾਂਝੀ ਕਰ ਲੈਂਦੇ ਹਾਂ ਸਾਰਿਆਂ ਨਾਲ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਹ ਕੱਢਣਾ ਜਰਾ ਪਲੀਜ਼, ਸਾਰੇ ਕੱਢ ਲਓ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਕੱਢ ਲਿਆ ਜੀ? ਸੁਖਮਨੀ ਸਾਹਿਬ ਹਾਂਜੀ ਹਾਂਜੀ, ਸੁਖਮਨੀ ਸਾਹਿਬ। ਕਿਹੜੀ ਅਸ਼ਟਪਦੀ ਹੈ? ਕੋਈ ਬੇਨਤੀ ਕੀਤੀ 23ਵੀਂ। 23 ਮੈਂ ਕਿਹਾ ਨਾ 23। ਮੈਨੂੰ ਨਹੀਂ ਯਾਦ ਮੈਂ ਕਿਹਦੇ ਨਾਲ ਸ਼ੇਅਰ ਕੀਤਾ ਹੋਇਆ, ਜਿਨ੍ਹਾਂ ਨਾਲ ਕੀਤਾ ਹੋਇਆ ਉਹ ਥੋੜਾ ਜਿਹਾ ਬੇਅਰ ਕਰ ਲੈਣ ਰੈਪੀਟੀਸ਼ਨ। ਹਾਂਜੀ ਹੈ 23 ਤਾਂ ਨਹੀਂ ਹੈ, 22ਵੀਂ ਹੋਏਗੀ ਫਿਰ। ਪੇਜ ਨੰਬਰ 290। ਚਲੋ ਏਦਾਂ ਕਰ ਲਓ। I could be wrong. I'm always wrong. है ना परमजीत जी? 21st है जी अष्टपदी। 21ਵੀਂ, ਸੌਰੀ। 23ਵੀਂ ਦੀ ਵੀ ਗੱਲ ਕਰਨ ਵਾਲੀ ਹੈ ਜੀ ਜੰਤ ਕੇ ਠਾਕਰਾ। ਹੁਣ ਯਾਦ ਆ ਗਿਆ ਸੀ, ਗਲਤ ਸੀਗਾ ਨਾ ਮੈਂ। ਹਾਂਜੀ ਅੱਛਾ, ਕੱਢ ਲਿਆ ਜੀ ਸਾਰਿਆਂ ਨੇ? ਤਾਂ ਪਾਸ਼ਾ ਕਹਿੰਦੇ ਨੇ ਇਹਨੂੰ ਪੜੇਗਾ ਕੌਣ? ਪੜੇਗਾ ਭਲਾ? 290 ਕਿਹੜਾ ਸੁਖਮਨੀ ਸਾਹਿਬ ਦਾ ਐਕਸਪਰਟ ਹੈ? ਹਰਜੀਤ ਭੈਣ ਜੀ। He's always doing ਹਫਤੇ ਚ 3 ਸੁਖਮਨੀ ਸਾਹਿਬ ਦੇ ਗਰੁੱਪ ਚ। ਪੜੋ ਜੀ, ਪੜੋ ਨਾ ਤੁਸੀਂ ਪੜ ਲਓ। आप पढ़ो, मैं तो निकाला ही नहीं है। ओके। श्लोक निर्गुण सरगुण निर्गुण निरंकार सुन समाधि आप, आपन किया नानका आपे ही फिर जाप। सारी पढ़नी? ਹਾਂਜੀ ਨਹੀਂ ਜੀ ਬਸ ਇੰਨੀ ਬੜੀ ਲੈ, ਸਾਰੀ ਹਜਮ ਹੀ ਨਹੀਂ ਹੋਣੀ ਮੈਨੂੰ। ਜੀ ਨਲਾਇਕ ਅਸ਼ਟਪਦੀ ਦੇਖੋ ਹੁਣ ਇਹਨੂੰ ਪਾਤਸ਼ਾਹ ਕਹਿੰਦੇ ਨੇ, ਅਸੀਂ ਕਿਉਂਕਿ ਸਾਨੂੰ ਆਦਤ ਪਈ ਹੋਈ ਹੈ ਅਸੀਂ ਇਹਨੂੰ ਪੜ ਜਾਂਦੇ ਹਾਂ ਸਰਗੁਣ ਨਿਰਗੁਣ ਨਿਰੰਕਾਰ। ਇਹ ਹੈਗਾ ਕਿ ਹਰਜੀਤ ਜੀ ਤੁਸੀਂ ਬੜੇ ਸਿਆਣੇ ਹੋ, ਚੰਗੇ ਹੋ, ਲਾਇਕ ਹੋ। ਤੇ ਜੇ ਮੈਂ ਕਹਦੇ ਹਰਜੀਤ ਜੀ ਤੁਸੀਂ ਬੜੇ ਸਿਆਣੇ ਹੋ, ਚੰਗੇ ਹੋ, ਲਾਇਕ ਹੋ, ਰੁਕ ਕੇ ਪੜਨਾ। ਸੋ ਇਹ ਸਾਰੇ ਉਹਦੇ ਐਟਰੀਬਿਊਟਸ ਨੇ, ਸਰਗੁਣ ਨਿਰਗੁਣ ਨਿਰੰਕਾਰ। ਨਿਰੰਕਾਰ ਜਿਹੜਾ ਹੈ ਉਹ ਸਰਗੁਣ ਵੀ ਹੈ ਤੇ ਉਹ ਨਿਰਗੁਣ ਵੀ ਹੈ। ਕੀ ਸਾਨੂੰ ਸਾਰਿਆਂ ਨੂੰ ਪਤਾ ਹੈ ਸਰਗੁਣ ਨਿਰਗੁਣ ਕੀ ਹੁੰਦਾ? ਪਲੀਜ਼ ਹੱਥ ਖੜਾ ਕਰ ਦਿਓ। ਸਾਰੇ ਗੁਣਾਂ ਤੋਂ ਸਰਗੁਣ ਜਿਸ ਵਿੱਚ ਸਾਰੇ ਗੁਣ, ਤੇ ਨਿਰਗੁਣ ਨਿਰਗੁਣ ਜੋ ਗੁਣਾਂ ਤੋਂ ਰਹਿਤ ਹੈ। ਹਾਂ, ਤੇ ਇਹ ਅਕਾਲ ਪੁਰਖ ਦੀਆਂ ਦੋ ਫਾਰਮਸ ਨੇ। ਉਹ ਨਿਰਗੁਣ ਕਦੋਂ ਹੈ ਤੇ ਸਰਗੁਣ ਕਦੋਂ ਹੈ? ਕਦੋਂ ਹੈ?
ਚੰਗੇ ਬੰਦੇ ਚ ਸਰਗੁਣ ਹੈ, ਜਦ ਇਹ ਜੇ ਬੰਦੇ ਚ ਉਹ ਨਿਰਗੁਣ ਹੈ। ਆਈ ਡੋਂਟ ਹਾਂਜੀ ਸੌਰੀ ਆਵਾਜ਼ ਕਿੱਥੋਂ ਆ ਰਹੀ ਬੈਕਗ੍ਰਾਉਂਡ? ਨਿਰਗੁਣ, ਹਾਂਜੀ ਨਿਰਗੁਣ ਮੀਨਸ ਗੁਣਾ ਤੋਂ ਰਹਿਤ ਜਿਹੜਾ ਬੰਦਾ ਹੋਏਗਾ ਉਸਨੂੰ ਨਿਰਗੁਣ ਕਹਿੰਦੇ ਨੇ। ਹੁਣ ਭੈੜੇ ਕੰਮਾਂ ਵਾਲਾ। ਜਿਹੜਾ ਬੰਦਾ ਨਿਰਗੁਣ ਹੈ ਉਸੇ ਵੀ ਅਕਾਲ ਪੁਰਖ ਹੈ ਤੇ ਸਰਗੁਣ। ਨਹੀਂ ਓਕੇ ਨੈਵਰ ਮਾਈਂਡ। ਓਕੇ ਸੌਰੀ। ਇੱਕ ਅਕਾਲ ਪੁਰਖ ਦੀਆਂ ਦੋ ਕੁਆਲਿਟੀਜ਼ ਅਸੀਂ ਕਹਿ ਰਹੇ ਹਾਂ ਤੇ ਅਸੀਂ ਭੈੜੇ ਕੰਮਾਂ ਵਾਲਾ ਭੈੜੇ ਗੁਣਾਂ ਵਾਲਾ ਨਾਲ ਕਹਿ ਰਹੇ ਹਾਂ, ਸਾਨੂੰ ਸਮਝ ਨਹੀਂ ਆ ਰਹੀ। ਸੋ ਮੈਂ ਇਸ ਕਰਕੇ ਤੁਹਾਨੂੰ ਮੈਂ ਕਿਹਾ ਵੀ ਰਹਿਣ ਦਈਏ ਆਪਾਂ। ਸਰਗੁਣ ਜਿਹਦੇ ਚ ਸਾਰੇ ਗੁਣ ਨੇ, ਯਾਨੀ ਕਿ ਅੰਗਰੇਜ਼ੀ ਚ ਹੁੰਦਾ ਸੈਂਟਰੀਪੀਟਲ ਐਂਡ ਸੈਂਟਰੀਫਿਊਗਲ। ਤ੍ਰੈਗੁਣ। ਹਾਂਜੀ ਤ੍ਰੈਗੁਣ ਨਹੀਂ ਨਹੀਂ, ਸਰਗੁਣ ਜਿਹੜਾ ਤ੍ਰੈਗੁਣ ਹੀ ਹੈ ਨਾ। ਨਿਰਗੁਣ ਜਦੋਂ ਅਕਾਲ ਪੁਰਖ ਇਸ ਤਰ੍ਹਾਂ ਹੀ ਆਪਣੇ ਆਪ ਚ ਹੈ ਤੇ ਉਹ ਨਿਰਗੁਣ ਸਰੂਪ ਹੈ, ਯਾਨੀ ਕਿ ਉਹ ਓਮਨੀ ਪ੍ਰੈਵਲੈਂਟ ਹੈ, ਓਮਨੀ ਪ੍ਰੈਜ਼ੈਂਟ ਹੈ। ਗੁਣਾਂ ਦੀ ਉਹਨੂੰ ਲੋੜ ਹੀ, ਉਹ ਤੇ ਗੁਣਾਂ ਦਾ ਮਾਲਕ ਹੈ। ਸਰਗੁਣ ਉਹਦਾ ਸਰੂਪ ਹੈ ਜਦੋਂ ਉਹ ਫੈਲ ਜਾਂਦਾ ਸਾਡੇ ਚ, ਭਾਵੇਂ ਚੋਰ ਹੈ ਅਸੀਂ, ਭਾਵੇਂ ਚਤਰ ਹਾਂ, ਭਾਵੇਂ ਸਿਆਣੇ ਹਾਂ, ਭਾਵੇਂ ਨਲਾਇਕ ਹਾਂ, ਉਹਦਾ ਸਰਗੁਣ ਸਰੂਪ ਹੈ, ਜਿਹਨੂੰ ਅਸੀਂ ਸੋਇਲੇ ਦੇ ਵਿੱਚ ਪੜਿਆ ਸੀ ਔਰ 2 ਵਾਰੀ ਅਸੀਂ ਸੋਇਲਾ ਕੀਤਾ, ਮੈਨੂੰ ਨਹੀਂ ਪਤਾ ਯਾਦ ਹੈ ਕਿ ਨਹੀਂ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਉਹਦੇ ਵਿੱਚ ਸਰਗੁਣ ਤੇ ਨਿਰਗੁਣ ਸਰੂਪ ਹੈ। ਤੇਰੀਆਂ ਹਜ਼ਾਰਾਂ ਅੱਖਾਂ ਨੇ, ਤੇਰੀ ਕੋਈ ਅੱਖ ਨਹੀਂ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ, ਤੇਰੀਆਂ ਕਈ ਸ਼ਕਲਾਂ ਨੇ, ਨਨਾ ਏਕ ਤੋਹੀ। ਸਹਸ ਪਦ ਬਿਮਲ, ਨਨ ਏਕ ਪਦ, ਤੇਰੇ ਕਈ ਪੈਰ ਨੇ, ਕੋਈ ਪੈਰ ਨਹੀਂ ਹੈ। ਗੰਧ ਬਿਨ, ਇੱਥੇ ਹੁਣ ਪੁੱਠਾ ਹੋ ਗਿਆ, ਕਿਧਰੇ ਤੂੰ ਨੱਕ ਤੋਂ ਬਗੈਰ ਹੈ। ਸਹਸ ਤਵ ਗੰਧ, ਤੇਰੇ ਕਈ ਨੱਕ ਨੇ, ਇਹ ਵਿਚਲਤ ਮੋਹੀ। ਮੈਨੂੰ ਇਸੇ ਤੇਰੇ ਜਿਹੜਾ ਤੇਰਾ ਕੈਰੈਕਟਰਿਸਟਿਕ ਹੈ, ਤੇਰਾ ਜਿਹੜਾ ਚਲਤ ਹੈ, ਇਹਨੇ ਮੈਨੂੰ ਮੋਹ ਲਿਆ। ਐ ਸਰਗੁਣ ਨਿਰਗੁਣ। ਸੋ ਪਾਤਸ਼ਾਹ ਕਹਿੰਦੇ ਨੇ ਸਰਗੁਣ ਨਿਰਗੁਣ ਇਹ ਦੋਵੇਂ ਕੁਆਲਿਟੀਜ਼ ਨਿਰੰਕਾਰ ਦੀਆਂ ਨੇ। ਤੇ ਸੁਨ ਸਮਾਧੀ ਆਪ, ਸੁਨ ਕਿਹਨੂੰ ਕਿਹਾ ਗਿਆ? ਸਮਾਧੀ ਕੇ ਜਦੋਂ ਕੁਛ ਵੀ ਨਹੀਂ ਸੀ ਤੇ ਅਗੇਨ we will be trying to find, we should always be trying to get the meaning of ਗੁਰਬਾਣੀ from ਗੁਰਬਾਣੀ। ਸੋ ਗੁਰਬਾਣੀ ਦੇ ਵਿੱਚ ਹੈਗਾ ਕਿ ਜਦੋਂ ਅਰਬਦ ਨਰਬਤ ਹੁੰਦੂਕਾਰਾ ਵਾਲੇ ਸ਼ਬਦ ਦੇ ਵਿੱਚ ਕਿ ਸੁਨ ਸਮਾਧ ਲਗਾਇਂਦਾ, ਯਾਨੀ ਕਿ ਤੂੰ ਕੱਲਾ ਸੈਂ ਤੇ ਤੂੰ ਕੱਲਾ ਹੀ ਬੈਠਾ ਸੈਂ, ਕਿਉਂਕਿ ਕੋਈ ਹੈ ਹੀ ਨਹੀਂ ਸੀ ਉਸ ਲਈ ਕ੍ਰੀਏਸ਼ਨ। ਫਿਰ ਕਹਿੰਦੇ ਆਪਨ ਕੀਆ ਨਾਨਕਾ, ਆਪ ਹੀ ਮਾਲਕ ਨੇ ਪੈਦਾ ਕੀਤਾ ਤੇ ਆਪ ਹੀ ਉਹਨੂੰ ਮਹਿਸੂਸ ਕਰਦਾ ਹੈ। ਠੀਕ ਹੈ ਜੀ। ਹੁਣ ਇਹ ਅਸ਼ਟਪਦੀ 2 ਕੁ ਲਾਈਨਾਂ ਮਾਫ ਕਰਨਾ, ਕੌਣ ਪੜੂਗਾ? ਕੋਈ ਪढ़ सकता है? जब आकार एक कछ ना दृष्टेता, पाप पुण्य तब कहते होता, जब धारी आपन सुन समाध, तब बैर विरोध किस संग कमात। बस ਹੁਣ ਅਸੀਂ ਇਸ ਕਲਾਸ ਦੇ ਵਿੱਚੋਂ ਮੈਂ ਇਹ ਸਵਾਲ ਇਹ ਮਤਲਬ ਅੱਜ ਦੇ ਦਿਨ ਇਸ ਕਰਕੇ ਪਾ ਰਿਹਾ ਕਿ ਇਟਸ ਅ ਕਾਈਂਡ ਆਫ ਇਵੈਲੂਏਟਿੰਗ ਆਲਸੋ। ਹੁਣ ਇਹਨੂੰ ਪੜ੍ਹਨਾ ਮੈਂ, ਜਬ ਆਕਾਰ ਇਹ ਕੱਛ ਨਾ ਦ੍ਰਿਸ਼ਟੇਤਾ, ਜਦੋਂ ਇਹਦਾ ਆਕਾਰ ਹੀ ਨਹੀਂ ਸੀ ਤੇ ਕੁਝ ਵੀ ਦਿਸਦਾ ਨਹੀਂ ਸੀ, ਨਿਰਾਕਾਰ ਕਹਿੰਦੇ ਆ ਨਾ, ਮਾਲਕ ਨਿਰਾਕਾਰ ਹੈ ਤੇ ਆਕਾਰ ਹੈ। ਆਕਾਰ ਦੇ ਵਿੱਚ ਅਸੀਂ ਹਾਂ, ਸਾਡੇ ਵਿੱਚੋਂ ਵਸਦਾ ਹੈ। ਪਾਪ ਪੁੰਨ ਤਬ
कहते होता, कह नहीं है इत्थे, कहते होता। कहा मीन्स कहाँ, बिंदी लानी हल्की जी। अच्छा हाँ जी, कहाँ जे असी पढ़ांगे ठीक ते बहना सानू ठीक समझ आएगा। है ना जब आकार ਇਹ ਕੱਛ ਨਾ ਦ੍ਰਿਸ਼ਟੇਤਾ, ਜਦੋਂ ਇਹਦਾ ਕੋਈ ਸਰੂਪ ਨਹੀਂ ਸੀ ਤੇ पाप पुण्य तब कहां ते होता, इंटेरोगेटोरी है। फिर पाप पुण्य कित्थों आया? हुण ख्याल करिए, पाप ते पुण्य जे मैं करा या मैं पाप करदा या मैं पुण्य करदा ना, पर मालक रब ते इस तो उपर है, इसने ते फिर कहंदे भी जे है ही वो कल्ला सी सरगुण निर्गुण सुन समाधि आप, ते फिर कित्थों आया पाप ते पुण्य, कित्थों आया? हुणे सवाल इकट्ठे करके असीं जवाब लवांगे इहदा। जब धारी आपन सुन समाध, जदों उन्हें आप ही समाधि लाई हुई सी, एंड किधरे गलतफहमी ना रह जाए, समाधि मेडिटेशन नहीं है, सुन समाध वाली, सुन अवस्था वाली, अफुर अवस्था। तब बैर विरोध किस संग कमात। हुण जदों है ही मस्त बैठा सी ते मेरा वैर मेरे नाल हो सकता है कि मेरा वैर मैनू वैर करन दे लई कोई दूजा चाहिदा? आंसर मैं मैनू इहदे नाल वैर है, ये कहांगा ना, मैं कहना, मैं स्टेटमेंट देना मैनू वैर है, किस नाल? फट सवाल होएगा किहदे नाल? किस नाल? मैं इहदा एंटीपैथ हां, मैं इहदा डोंटी हां, किहदा? मैनू इहदे नाल प्यार है, किहदे नाल? मैं शक्ल वेख के बर्दाश्त नहीं कर सकता, किहदी? All these scenarios need a second person. Okay? So when the second comes, second means दूजा, ਉਹਨੂੰ ਬਾਣੀ ਚ ਦੂਜਾ ਭਾਵ ਕਿਹਾ ਗਿਆ ਹੈ। ਇੱਕ ਨੂੰ ਛੱਡ ਕੇ ਸਾਰਾ ਕੁਝ ਦੂਜਾ ਹੈ। एक से सब दूजा हुआ, ख्याल रहे। दूजा भाव ना देई लिव लागन, ते जेड़ी मैं एक फेंस किसी ਨੂੰ ਜੇ याद होवे, 3 लाइनां दी मैं एक ਕਿਹਾ ਸੀ कि ਇਹਨੂੰ फेंस बना लवे ਜਿਹੜਾ ਜਗਿਆਸੂ है, ਤੇ मैं 2-3 ਵਾਰੀ नोट कराई है। किसी ਨੂੰ याद है ऑफ हेड? एक पहली दस तो शायद याद आ जाए। वो फिर फायदा क्यों है? मैं बाणी का टेस्ट थोड़ी लै रहा तुहाडा कि बाणी याद है कि नहीं आता। सो चलो, जदों तक एक नूं छड्ड के दूजे च ते मैं एक तो बाहर अदरनेस च। जब धारी आपन सुन समाद, तब बैर विरोध किस संग कमात। भाई जे है ही वो कल्ला सीगा ते फिर वैर विरोध किहदे नाल सी? नहीं सी ना, राइट? पाप पुण्य नहीं सी ना। फिर जब इसका बरन चिन्ह ना जापत, जदों इहदी अख कान कुछ नहीं सी, सहज तब नन नैन है तो कहो, तब हरख सोग कहो किसै व्यापत। फिर दुख ते खुशी किनू सी? जब अपन आप पार ब्रह्म, जदों है ही मालक सी यार। देखो पातशाह दे समझाउण दा तरीका ते किन्ना थ्रस्ट करदे ने एक गल ते। तब मोह कहां किस होवत परम। फिर मोह
ਤੇ ਭਰਮ ਹੈਗਾ ਸੀ? ਨਹੀਂ ਸੀ। ਹੁਣ that means ਕਿ ਅਸੀਂ 1 2 3 4 ਜੋਟੇ ਪੜੇ ਹੈ। ਜੋਟਾ ਹੁੰਦਾ ਪੇਅਰ ਆਫ ਲਾਈਨਸ। 4 ਜੋਟਿਆਂ ਦੇ ਵਿੱਚ ਅਸੀਂ ਕੀ ਕਰਕਸ ਕੱਢ ਸਕਦੇ ਹਾਂ ਕਿ ਜਦੋਂ ਮਾਲਕ ਕੱਲਾ ਸੀ, ਇਹ ਜਿੰਨੀਆਂ ਵੀ ਡਿਸਪੈਰਿਟੀਜ਼ ਨੇ ਇਹ ਮਾਲਕ ਦੀਆਂ ਨਹੀਂ ਗਈਆਂ, ਇਹ ਫਿਰ ਕਿਹਦੀਆਂ ਨੇ? ਮੇਰੀਆਂ ਨੇ ਨਾ। ਯੈਸ ਔਰ ਨੋ? ਯੈਸ। ਪਰਮਜੀਤ ਜੀ ਕਿੱਥੇ ਗੁਆਚੇ ਹੋ? ਆਰਗੂਮੈਂਟ ਨਾ ਤਲਾਸ਼ ਕਰੋ, ਹਾਲੇ ਆਰਗੂਮੈਂਟ ਦੀ ਵਾਰੀ ਨਹੀਂ ਆਣੀ। ਡੋਂਟ ਵਰੀ, be here. So that means I am the originator of duality. द्वैत, ਇੱਕ ਨੂੰ ਛੱਡ ਕੇ द्वैत। ਹੁਣ ਪਾਤਸ਼ਾਹ ਕਨਕਲੂਡ ਕੀ ਕਰਦੇ ਨੇ? ਆਪਨ ਖੇਲ ਆਪ ਵਰਤੀਜਾ। ਇਹ ਖੇਡ ਉਹਨੇ ਰਚਾਇਆ ਸੀ, ਸਾਨੂੰ ਭੁਲੇਖੇ ਜੀ ਪਾ ਛੱਡਿਆ। ਅਸੀਂ ਇਹੀ ਕਹਿੰਦੇ ਰਹੇ, ਇਹ ਪਾਪ, ਇਹ ਪੁੰਨ, ਇਹਦੇ ਨਾਲ ਤਕਲੀਫ, ਇਹਦੇ ਨਾਲ ਨਹੀਂ, ਇਹ ਮੇਰਾ ਦੋਸਤ, ਇਹ ਮੇਰਾ ਮਿੱਤਰ, ਇਹ ਮੇਰਾ ਦੁਸ਼ਮਣ। ਇਹ ਸਾਰੀ ਭਸੂੜੀ ਰੱਬ ਨੇ ਪਾਈ ਹੈ ਮੈਨੂੰ। ਜਿੱਦਨ ਮੈਨੂੰ ਉਹਦੀ ਸਮਝ ਆ ਗਈ ਨਾ, ਨਾਨਕ ਕਰਨੇ ਹਾਰਨਾ ਦੂਜਾ। ਤੇ ਉਹ ਹੈ ਨਾ ਆਪਣੇ ਬਾਜੀਗਰ ਡੰਕ ਬਜਾਈ, ਸਭ ਖਲਕ ਤਮਾਸ਼ੇ ਆਈ, ਬਾਜੀਗਰ ਸਵਾਂਗ ਸकेला, ਆਪਣੇ ਰੰਗ ਰਹੇ ਰਕੇਲਾ। ਜਦ ਤੱਕ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਬਾਣੀ ਵਿੱਚ, ਮੇਰੇ ਕੋਲ ਕੋਈ ਅਕਲ ਨਹੀਂ ਹੈ। ਮੈਂ ਬਾਣੀ ਨੂੰ ਇਸ ਢੰਗ ਨਾਲ ਸਮਝਾਂ ਕਿ ਮੈਨੂੰ ਪਤਾ ਲੱਗੇ ਬਾਣੀ ਉਹਨੂੰ ਬਿਆਨ ਕਿੱਦਾਂ ਕਰ ਰਹੀ, ਬਾਣੀ ਮੈਨੂੰ ਕਿਵੇਂ ਬਿਆਨ ਕਰ ਰਹੀ ਹੈ। ਹੁਣ ਜਦੋਂ ਅਸੀਂ ਇਹ ਕਹਿੰਦੇ ਆ ਕਿ ਹੈ ਹੀ ਉਹ ਸੀਗਾ, ਤੇ ਇਹਦਾ ਮਤਲਬ ਹੈ ਕਿ ਵਨਨੈਸ ਤੋਂ ਬਾਹਰ ਕੋਈ ਵੀ ਥਾਟ ਜਿਹੜੀ ਹੈ ਉਹ ਆਈਨੈਸ ਅਦਰਨੈਸ ਦੀ ਤੇ ਹੋ ਸਕਦੀ ਹੈ, ਵਨਨੈਸ ਦੀ ਨਹੀਂ ਹੋ ਸਕਦੀ। ਰਾਈਟ ਔਰ ਰੋਂਗ? ਰਾਈਟ। ਹੈ ਸੀਗੀ ਬੇਨਤੀ। ਹਾਂਜੀ, ਐਨੀ ਕੁਐਸਚਨ ਸੋ ਫਾਰ? ਆਪਾਂ ਫਿਰ ਮਨਜੀਤ ਵੀ ਆਪਣੇ ਅੱਜ ਦੇ ਟੌਪਿਕ ਤੇ ਚੱਲੀਏ। ਨਾਦਾ? ਓਕੇ। ਹਾਂਜੀ ਮਨਜੀਤ ਜੀ। ਜੀ ਸ਼ਬਦ ਆ ਜੀ, ਗੌੜੀ ਮਹੱਲਾ ਪੰਜਵਾਂ। ਸੋ ਕਿਛ ਕਰ ਜਿਤ ਮੈਲ ਨ ਲਾਗੈ, ਹਰ ਕੀਰਤਨ ਮੈਂ ਇਹ ਹਰ ਮਨ ਜਾਗੈ। ਕੀਰਤਨ ਮੈਂ ਇਹ ਮਨ ਜਾਗੈ। ਰਹਾਉ। ਹਾਂਜੀ। ਏਕੋ ਸਿਮਰ ਨ ਦੂਜਾ ਭਾਉ, ਸਤ ਸੰਗ ਜਪ ਕੇਵਲ ਨਾਮ। ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਨ ਨਾ ਦੂਜਾ। ਤਾਂ ਕੀ ਪੂਰਨ ਹੋਈ ਕਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਸੋ ਬੈਸਨੋ ਹੈ ਅਪਰ ਅਪਾਰ, ਕਹੁ ਨਾਨਕ ਜਿਨ ਤਜੇ ਵਿਕਾਰ। ਇਸ ਸ਼ਬਦ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸ ਕੇ ਹਟੇ ਆ, ਆਈਨੈਸ ਅਦਰਨੈਸ ਵੀ ਆਉਂਦਾ। ਪੇਜ ਨੰਬਰ ਕਿੰਨਾ ਹੈ ਸ਼ਬਦ ਦਾ? ਪੇਜ ਨੰਬਰ 199। ਥੈਂਕ ਯੂ। ਰਹਾਉ ਵਾਲੀ ਪੰਕਤੀ ਹੈਗੀ, ਸੋ ਕਿਛ ਕਰ ਜਿਤ ਮੈਲ ਨ ਲਾਗੇ, ਹਰ ਕੀਰਤਨ ਮੈਂ ਇਹ ਮਨ ਜਾਗੇ। ਇਹ ਮਨ ਜਾਗੇ। ਹਾਂਜੀ। ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਦੇਖੋ ਕਿਸ ਤਰ੍ਹਾਂ ਆਪਾਂ ਨੂੰ ਸਮਝਾਣਾ ਕਰਦੇ ਆ ਵੀ ਕਿਹੜੀ ਚੀਜ਼ ਤੂੰ ਕਰਨੀ ਹੈ, ਕਿਹੜੀ ਨਹੀਂ ਕਰਨੀ ਹੈ, ਕਿਹਨੂੰ ਸਿਮਰਨਾ, ਕਿਹਨੂੰ ਨਹੀਂ ਸਿਮਰਨਾ, ਕਿਹੜਾ ਕੰਮ ਕਰਨਾ, ਕਿਹੜਾ ਨਹੀਂ ਕਰਨਾ, ਪ੍ਰੀਤ ਕਿਹਦੇ ਨਾਲ ਪਾਉਣੀ, ਕਿਹੋ ਜਿਹੀ ਪ੍ਰੀਤ ਪਾਉਣੀ। ਅਤੇ ਵੈਸ਼ਨੋ
ਕਿਵੇਂ ਬਣਨਾ, ਕੀ ਚੀਜ਼ ਆ ਵੈਸ਼ਨੂੰ, ਕੀ ਚੀਜ਼ ਆ। ਸੁਖਮਨੀ ਸਾਹਿਬ ਦੇ ਵਿੱਚ ਵੀ ਵੈਸ਼ਨੂੰ ਦੀ ਪਰਿਭਾਸ਼ਾ ਵਾਹਿਗੁਰੂ ਬਾਬਾ ਜੀ ਨੇ ਚੰਗੀ ਤਰ੍ਹਾਂ ਸਮਝਾਈ ਸਾਨੂੰ। ਫਿਰ ਅਖੀਰ ਤੇ ਗੁਰੂ ਨਾਨਕ ਜੀ ਕਹਿੰਦੇ ਕਹੋ ਨਾਨਕ ਜਿਨ ਤਜੇ ਵਿਕਾਰ, ਸੋ ਵੈਸ਼ਨੂੰ ਹੈ ਅਪਰਪਾਰ, ਕਹੋ ਨਾਨਕ ਜਿਨ ਤਜੇ ਵਿਕਾਰ। ਉਹੀ ਵੈਸ਼ਨੂੰ ਜਿਹਨੇ ਵਿਕਾਰ ਛੱਡ ਦਿੱਤੇ, ਵਿਕਾਰਾਂ ਤੋਂ ਉੱਪਰ ਉੱਠ ਗਿਆ, ਉਹੀ ਵੈਸ਼ਨੂੰ। ਤੇ ਸਾਡੇ ਵਾਲੇ ਤਾਂ ਕਹੀ ਜਾਂਦੇ ਆ ਮੈਂ ਮੀਟ ਨਹੀਂ ਖਾਣਾ ਤਾਂ ਮੈਂ ਵੈਸ਼ਨੂੰ ਬਣਿਆ ਬੈਠਾ, ਪਤਾ ਨਹੀਂ ਕਿੱਧਰ ਨੂੰ ਸੁੱਤੀ ਗਈ। ਵਾਹਿਗੁਰੂ। ਠੀਕ ਹੈ, ਹਾਂਜੀ। ਕਿਸੇ ਹੋਰ ਨੇ ਅੱਜ ਦੇ ਟੌਪਿਕ ਤੇ ਕੋਈ ਗੱਲ ਸ਼ੁਰੂ ਕਰਨੀ? ਚਲੋ ਫਿਰ ਕੋਵਿਡ ਦੀ ਗੱਲ ਕਰ ਲੈਂਦੇ। ਉੱਥੇ ਸਾਰੇ ਐਕਸਟੈਂਪੋਰ ਬੋਲ ਸਕਦੇ ਆ। ਇੱਕ ਹੋਰ ਸ਼ਬਦ ਆ, ਉਹਦੇ ਬਾਰੇ ਵਿਚਾਰ ਕਰ ਲੈ, ਥੋੜੀ ਪੜ੍ਹ ਲਈ ਆ, ਮੇਰੇ ਕੋਲ ਹੈਗਾ ਜੀ, ਹੁਕਮ ਹੋਵੇ। ਹਾਂਜੀ ਹਾਂਜੀ ਪਲੀਜ਼। ਪ੍ਰਤੀਤ ਹੀਏ ਆਈ ਜਿਨ ਜਨ ਕੇ, ਤਿਨ ਕੋ ਪਦਵੀ ਉੱਚ ਪਈ। ਠੀਕ। ਤਜ ਮਾਇਆ ਮੋਹ ਲੋਭ ਔਰ ਲਾਲਚ, ਕਾਮ ਕ੍ਰੋਧ ਕੀ ਬਿਰਥਾ ਗਈ। ਇਹਨੂੰ ਨੋਟ ਕਰਕੇ ਰੱਖ ਲਓ ਪਲੀਜ਼ ਮਨਜੀਤ ਜੀ, ਆਪਾਂ ਗੱਲ ਸ਼ੁਰੂ ਕਰਦੇ ਹਾਂ। ਹਾਂਜੀ। ਹੁਣ ਜਦੋਂ ਅਸੀਂ ਪਿਆਰਿਓ, ਜਦੋਂ ਇੱਕ ਕਨਸੈਪਟ ਨੂੰ ਚੱਕਣਾ ਹੋਵੇ ਨਾ, ਉਹਨੂੰ ਸਮਝਣਾ ਹੋਵੇ, ਉਦੋਂ ਅਸੀਂ ਇੱਕ ਇੱਕ ਦੋ ਦੋ ਲਾਈਨਾਂ, ਜੇ ਉਹਨਾਂ ਦੇ ਨਾਲ ਅਨਰਥ ਨਾ ਹੁੰਦਾ ਹੋਵੇ, ਮੇਰੇ ਐਕਸਪਲੇਨੇਸ਼ਨ ਚ ਲੈ ਸਕਦੇ ਹਾਂ। ਪਰ ਬਹੁਤੇ ਤੌਰ ਤੇ ਰੈਫਰੈਂਸ ਟੂ ਦੀ ਕੰਟੈਕਸਟ ਮੈਂ ਬੇਨਤੀ ਕੀਤੀ ਹੋਈ ਹੈ ਆਲਰੇਡੀ, ਕਿ 4 ਤਰ੍ਹਾਂ ਦੀਆਂ ਮੱਤਾਂ ਹੁੰਦੀਆਂ ਨੇ। ਸੌਰੀ, ਗੁਰਬਾਣੀ ਨੂੰ ਵਿਚਾਰਨ ਦੇ ਲਈ 4 ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ: ਵਿਆਕਰਣ, ਪ੍ਰਕਰਨ, ਇਤਿਹਾਸਕ ਪੱਖ ਤੇ ਸਮੁੱਚੀ ਫਿਲਾਸਫੀ। ਵੀ ਹੈਵ ਟਾਕਡ ਅਬਾਊਟ ਇਟ। ਸੋ ਜੇ ਪ੍ਰਕਰਨ ਰੈਫਰੈਂਸ ਟੂ ਦੀ ਕੰਟੈਕਸਟ ਇਸ ਕਰਕੇ ਜ਼ਰੂਰੀ ਹੁੰਦਾ ਹੈ ਕਿ ਕਿਧਰੇ ਅਸੀਂ ਗਲਤ ਨਾ ਹੋ ਜਾਈਏ ਅਰਥ ਕਰਨ ਲੱਗਿਆ। ਮੈਂ ਉਹਦੀ ਐਗਜ਼ਾਮਪਲ ਲਈ ਸੀ, ਮੈਂ ਉਧਰ ਜਾਣਾ ਨਹੀਂ ਹੈ, ਮੈਂ ਸਿਰਫ ਐਗਜ਼ਾਮਪਲ ਦੇਣ ਲੱਗਾ, ਯਾਦ ਕਰਾਉਣ ਦੇ ਲਈ ਤੁਹਾਨੂੰ, ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਜੇ ਮੈਂ ਉਹਨੂੰ ਕਹਿਣਾ ਕਿ ਰਾਮਦਾਸ ਦਰਬਾਰ ਸਾਹਿਬ ਸਰੋਵਰ 'ਚ ਜਾ ਕੇ ਇਸ਼ਨਾਨ ਕਰੋ, ਸਭ ਉਤਰੇ ਪਾਪ ਕਮਾਤੇ, ਤੇ ਜੇ ਮੈਂ ਉਹਦਾ ਰੈਫਰੈਂਸ ਟੂ ਦੀ ਕੰਟੈਕਸਟ ਰੱਖਾਂਗਾ ਤੇ ਅੱਗੇ ਜਾ ਕੇ ਕਹਿੰਦੇ ਨੇ ਨਿਰਮਲ ਹੋਏ ਕਰ ਇਸ਼ਨਾਨ। ਇਸ਼ਨਾਨ ਤੇ ਸਾਫ਼ ਹੋਣ ਲਈ ਕਰੀਦਾ, ਤੇ ਪਹਿਲੇ ਹੀ ਨਿਰਮਲ ਕਿੱਥੋਂ ਹੋ ਜਾਵਾਂ ਮੈਂ? ਤੇ ਫਿਰ ਅੱਗੇ ਜਾ ਕੇ ਕਹਿੰਦੇ ਨੇ ਸਾਧ ਸੰਗ ਮਲ ਲਾਥੀ। ਸੋ ਰੈਫਰੈਂਸ ਟੂ ਦੀ ਕੰਟੈਕਸਟ। ਪਹਿਲੇ ਤੇ ਵਿਆਕਰਨ, ਵਿਆਕਰਨ ਦੇ ਵਿੱਚ ਰਾਮਦਾਸ ਸਰੋਵਰ ਜੇ ਆਏਗਾ ਤੇ ਵਿਆਕਰਨਕ ਪੱਖ ਤੋਂ ਸੱਸੇ ਨੂੰ ਔਂਕੜ ਆਏਗਾ। ਸੋ ਆਪਾਂ ਇਹ ਸਾਰੀ ਗੱਲ ਕੀਤੀ ਹੋਈ ਹੈ। ਵਿਆਕਰਨ, ਪ੍ਰਕਰਨ, ਪ੍ਰਕਰਨ ਇਜ਼ ਰੈਫਰੈਂਸ ਟੂ ਦੀ ਕੰਟੈਕਸਟ, ਤੇ ਇਤਿਹਾਸਕ ਪੱਖ ਤੇ ਗੁਰਮਤਿ ਦੀ ਸਮੁੱਚੀ ਫਿਲਾਸਫੀ। ਇਹਨਾਂ ਚਾਰਾਂ ਦੇ ਵਿੱਚੋਂ ਜਾਂ ਚਾਰੇ ਹੀ ਐਪਲੀਕੇਬਲ ਹੁੰਦੇ ਨੇ ਜਾਂ ਕੋਈ ਇੱਕ ਐਪਲੀਕੇਬਲ ਹੁੰਦਾ ਹੈ, ਤੇ ਸਾਨੂੰ ਕਨਸੈਪਟ ਕਲੀਅਰ ਦਾ ਨਿਸ਼ਚਾ ਹੋ ਜਾਂਦਾ ਹੈ। ਠੀਕ ਹੈ। ਸੋ ਜਦੋਂ ਅਸੀਂ ਹੁਣੇ ਪ੍ਰਤੀਤ ਦੀ ਗੱਲ ਕਰਦੇ, ਮੈਂ ਪੁੱਛਣ ਲੱਗਾ ਸੀ ਵੀ ਕੋਈ ਹੋਰ ਹੈਗਾ? ਹਰਪ੍ਰੀਤ ਜੀ, ਤੁਸੀਂ ਯੂ ਵਾਂਟ ਟੂ ਸੇ ਸਮ ਅਬਾਊਟ ਪ੍ਰਤੀਤੀ? ਰਵਦੀਪ, ਯੂ ਵਾਂਟ ਟੂ ਸੇ ਸਮਥਿੰਗ? Luthra ji? No, not yet. Okay. Sonal ਹਾਲੇ ਉਸ ਆਈ ਨਹੀਂ ਮੇਨ ਸਟ੍ਰੀਮ ਦੇ ਵਿੱਚ। ਅਮਰਜੀਤ, ਪਰਮਜੀਤ ਜੀ? Pratik means, what I understand is faith, no variations. You have Sorry, say to, it again. Pratik means faith or no variations. Very good. Confidence. ਨਹੀਂ, ਹੁਣ ਤੁਹਾਡਾ ਨੰਬਰ ਲੱਗ ਗਿਆ। Okay, sorry. ਹਾਂਜੀ, ਪਰਮਜੀਤ ਜੀ? ਪ੍ਰਤੀਤ ਤਾਂ ਗੱਲ ਕਰ ਚੋ, ਯਕੀਨ, ਭਰੋਸਾ,
हाँ नहीं, ये तो मीनिंग हो गया ना। हाँ जी। सवाल ये है कि पहले मैं गल कर ली भुपिंदर जी यू हैव सम टू से। ओ तुसी म्यूट कर लिया। Okay. Yeah, I don't know how to start, but I guess we have got Prateek, my understanding is Shraddha, Bharosa, faith, belief, and I was thinking that we were going to be talking about blind faith versus faith. And you know, sometimes we do things thinking that we are doing to please the divine, and keep doing it. Probably examples are like going to Amritsar, Darbar Sahib, thinking that that's enforcing my faith in the religion, doing part without understanding it, doing Simran paraphrasing. So I thought today's topic was going to be talking about. Today's topic is very vast. I'm sure it is. I'm sure it is. So I thought we can talk about blind faith versus faith, so that, and maybe you guys are already there, and maybe I'm still struggling. That's one scenario. Yeah. And so I was thinking maybe we're going to be talking about that. But nevertheless, go ahead. Oh. Veena ji? I don't have anything to say. Okay, Parminder? Hi, Pastor. The only thing I know is Pratiti is Yakeen, Nishcha, and नहीं, वो तो मीनिंग हो गया ना सानू there's a सारे lot ਨੂੰ। of सवाल ਇਹ ਹੈ ਕਿ ਇਹ ਗੱਲ ਅਸੀਂ ਚੁੱਕੀ ਕਿਉਂ ਹੈ? ਜਦੋਂ ਪਾਤਸ਼ਾਹ ਕਹਿੰਦੇ ਆ ਕਿ ਹੁਣ ਆਪਾਂ ਬਾਣੀ ਨੂੰ ਪੁੱਛਾਂਗੇ ਕਿ ਬਾਣੀ ਚ ਪ੍ਰਤੀਤ ਕਿੱਥੇ ਕਿੱਥੇ ਆ ਰਿਹਾ ਹੈ ਨਾ, ਤੇ ਉਹ ਮੇਰੇ ਤੇ ਕਿਵੇਂ ਐਪਲੀਕੇਬਲ ਹੋਏਗਾ? ਵੀ ਟਰਾਈ ਟੂ ਅੰਡਰਸਟੈਂਡ। ਪਾਤਸ਼ਾਹ ਕਹਿੰਦੇ ਨੇ ਇੱਕ ਥਾਂ ਤੇ ਇਹ ਜਿਹੜੀਆਂ ਨੇ 4-5 ਅਰਥ ਭਈ ਨਿਸ਼ਚੈ, ਭਰੋਸਾ, ਯਕੀਨ, ਸ਼ਰਧਾ, ਸਿਦਕ, ਵਿਸ਼ਵਾਸ, ਮਹਾਨ ਕੋਸ਼, ਇਹ ਅਸੀਂ ਦਿਮਾਗ 'ਚ ਰੱਖਣਾ। ਪ੍ਰਤੀਤ ਦਾ ਇਹ ਮੈਂ ਨਹੀਂ ਹੋ ਸਕਦੇ ਹੈ। ਸ਼ਲੋਕ ਪਹਿਲਾ ਤੀਜਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਨੈ। ਰਾਈਟ, ਜੇ ਕੋਈ ਗੁਰੂ ਵੱਲ ਮੂੰਹ ਕਰੇਗਾ ਤੇ ਉਹ ਡਰੇਗਾ, ਰੱਬ ਦੇ ਉਹਨੂੰ ਡਰ ਆਏਗਾ ਨਿਰਭਉ ਦਾ, ਤੇ ਫਿਰ ਆਪਣਾ ਆਪ ਪਛਾਨੈ। ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ। ਜੇ ਗੁਰੂ ਦੀ ਕਿਰਪਾ ਦੇ ਨਾਲ ਜੀਵਤ ਮਰਨ ਹੋ ਜਾਏ ਉਹਦਾ ਮਤਲਬ ਕਿ ਆਪਣੇ ਜਿਹੜੀਆਂ ਮਟੀਰੀਅਲ ਅਵੇਅਰਨੈਸ ਹੈ ਉਹਨੂੰ ਸੈਕ ਕਰ ਲਵੇ ਤੇ ਵਨਨੈਸ ਵਾਲੀ ਅਵੇਅਰਨੈਸ ਨੂੰ ਇਨਸਟਿਲ ਕਰ ਲਵੇ ਤਾਂ ਮਨ ਹੀ ਤੇ ਮਨ ਮਾਨੈ। ਹੁਣ ਅੱਗੇ ਗੱਲ ਨਾਲ ਕਹਿਤੀ ਜਿਨ ਕਉ ਮਨ ਕੀ ਪ੍ਰਤੀਤ ਨਾ। ਹੁਣ ਜਿਨ੍ਹਾਂ ਨੂੰ ਮਨ ਦਾ ਹੀ ਨਹੀਂ ਪਤਾ, ਹੁਣ ਜਿਹੜੀ ਮੇਨ ਗੱਲ ਹੈ ਵੀ ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਮਨ ਹੀ ਦੇ ਨਾਲ ਮਨ ਮੰਨ ਜਾਏਗਾ, ਮੰਨਣ ਕਰਕੇ ਮਨ ਮੰਨ ਜਾਏਗਾ। ਤੇ ਜੇ ਮਨ ਦਾ ਹੀ ਨਹੀਂ ਪਤਾ, ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕਿਆ ਕਥੈ ਗਿਆਨੇ। ਇੱਥੇ ਹੁਣ ਪ੍ਰਤੀਤ ਦਾ ਕੀ ਮੈਨ ਹੈ? ਜਿਨ ਕੋ ਮਨ ਕੀ ਪ੍ਰਤੀਤ ਨਹੀਂ ਨਾਨਕ ਸੇ ਕਿਆ ਕਥੈ ਗਿਆਨੇ। ਉਹ ਕੀ ਗੱਲ ਕਰਨਗੇ ਗਿਆਨ ਦੀ? ਗਿਆਨ ਇੱਥੇ ਕੋਈ ਗਿਆਨ ਘੋਟਣਾ ਵਾਲਾ ਨਹੀਂ ਹੈ, ਲੈਕਚਰ ਨਹੀਂ ਹੈ। ਇੱਥੇ ਗਿਆਨ ਜਿਹੜਾ ਰੱਬ ਦਾ ਗਿਆਨ, ਵਿਵੇਕ, ਸਪਿਰਿਚੁਅਲ ਇੰਟੈਲੀਜੈਂਸ ਦਾ ਗਿਆਨ, ਉਹ ਉੱਥੋਂ ਕੌਣ ਬੋਲੇ, ਕਿੱਥੋਂ ਬੋਲੇਗਾ ਜਿਹਨੂੰ ਮਨ ਦੀ ਹੀ ਪ੍ਰਤੀਤ ਨਹੀਂ ਹੈਗੀ। ਹੁਣ ਮਨ ਦੀ ਪ੍ਰਤੀਤ ਇੱਥੇ ਕੀ ਮੈਨਾ ਹੋਏਗਾ? ਹੁਣ ਆਪਾਂ ਅਪਲਾਈ ਕਰਕੇ ਦੇਖੀਏ। ਨਿਸ਼ਚੈ, ਭਰੋਸਾ, ਯਕੀਨ, ਸਿਦਕ, ਵਿਸ਼ਵਾਸ। ਹਾਂਜੀ ਜੀ।
ਜਿਸ ਦਾ ਮਨ ਗੁਰੂ ਦੇ ਨਾਲ ਇੱਕਮਿਕ ਹੋ ਗਿਆ ਹੋਵੇ। ਮੰਨਣ, ਇੱਥੇ ਆਪਾਂ ਮੰਨੇ ਦੀਆਂ ਪੌੜੀਆਂ ਕਰ ਆਏ ਆ ਨਾ। ਮੰਨੇ ਵਾਲਾ ਇੱਕਮਿਕ ਹੋ ਜਿਹੜਾ ਗਿਆ ਹੋਵੇ, ਮੰਨਣੇ ਮਨ ਵਾਲਾ ਬਿਲਕੁਲ ਗੁੜਚ ਹੋ ਗਿਆ ਹੋਵੇ, ਹਾਂ, ਉਹ ਪ੍ਰਤੀਤ। ਸੋ ਕੀ ਮੈਂ ਇਹੋ ਜੀ ਪ੍ਰਤੀਤੀ ਹੈਗੀ ਹੈ ਮੇਰੀ? ਜੇ ਨਹੀਂ ਹੈ ਤੇ ਫਿਰ ਮੈਨੂੰ ਪਹਿਲੀਆਂ ਸਾਰੀਆਂ ਲਾਈਨਾਂ ਜਿਹੜੀਆਂ ਨੇ ਮੈਂ ਨਹੀਂ ਕਰ ਸਕਾਂਗਾ ਨਾ। ਪ੍ਰਤੀਤ ਇੰਨੀ ਇੰਪੋਰਟੈਂਟ ਹੈ, ਸੁਣਨ, ਪੜਨ, ਮੰਨਣ, ਉਹਨੂੰ ਇੰਪਲੀਕੇਟ ਕਰਨ, ਇਹ ਸਾਰਿਆਂ ਦੇ ਵਿੱਚ ਜੇ ਇਹ ਭਰੋਸਾ, ਸਿੱਦਕ, ਜਿਹੜਾ ਆਪਾਂ ਬੇਨਤੀ ਕੀਤੀ ਹੋਈ ਹੈ ਪਹਿਲੇ ਕਿ ਐਕਸੈਪਟੈਂਸ ਹੋਣੀ ਚਾਹੀਦੀ ਹੈ ਪਹਿਲੇ। ਫੇਥ ਦੇ ਵੀ 3 ਫੇਜ਼ਸ ਨੇ ਪ੍ਰੈਕਟੀਕਲੀ ਸਪੀਕਿੰਗ, ਕਿ ਜੇ ਐਕਸੈਪਟੈਂਸ ਨਹੀਂ ਹੈਗੀ ਤੇ ਮੈਂ ਫੇਥ ਤੇ ਕਿਵੇਂ ਜਾਵਾਂਗਾ? ਮੈਂ ਤੇ ਮੇਰੇ ਅੰਦਰ ਐਕਸੈਪਟੈਂਸ ਹੀ ਨਹੀਂ ਹੈ। ਮੈਂ ਆਪਣੇ ਆਪ ਨੂੰ ਜ਼ਿਆਦਾ ਸਮਝਾਂ, ਬਾਣੀ ਨੂੰ ਨਾ ਸਮਝਾਂ, ਤੇ ਫਿਰ ਐਕਸੈਪਟੈਂਸ ਤੋਂ ਬਾਅਦ ਰਿਸਪੈਕਟੇਬਿਲਿਟੀ ਹੋਣੀ ਚਾਹੀਦੀ ਹੈ। ਮੈਂ ਉਹਦਾ ਸਤਿਕਾਰ ਵੀ ਕਰਨਾ ਚਾਹੁੰਦਾ, ਕਰਦਾ ਕਿ ਨਹੀਂ ਕਰਦਾ, ਕਿੱਦਾਂ ਸਮਝ ਆਏਗੀ ਮੈਨੂੰ? ਤੀਸਰੀ ਡਿਵੋਸ਼ਨ, am I ready to sacrifice? ਫਿਰ faith ਜਾ ਕੇ ਕਿਧਰੇ instill ਹੁੰਦਾ ਹੈ। These are all the stages. Think about it. So ਇਹ ਜਿਹੜੀਆਂ ਸਾਰੀਆਂ ਅਵਸਥਾਵਾਂ, ਹੁਣ ਅੱਗੇ ਚੱਲੀਏ, ਮੈਂ ਸਿਰਫ ਗੁਰਬਾਣੀ ਕੋਟ ਕਰਾਂਗਾ। ਮਨ ਸ਼ਬਦ ਮਰੈ ਪ੍ਰਤੀਤ ਹੋਏ। ਸ਼ਬਦ ਮਰੈ ਕੀ? ਬੜੀ ਵਾਰੀ ਆਉਂਦਾ ਹੈ, ਯਾਨੀ ਕਿ ਮਨ ਨੇ, ਮੈਂ ਸ਼ਬਦ ਪੜਿਆ ਤੇ ਮੇਰਾ ਮਨ ਸਲੇਨ ਹੋ ਗਿਆ। ਬੜੀ ਵਾਰੀ ਹੁੰਦਾ ਸਾਡਾ ਸਾਰਿਆਂ ਦਾ ਹੁੰਦਾ, ਪਰ ਉਹ ਸਲੇਨ ਹੋ ਕੇ ਮੁੜ ਕੇ ਫੇਰ ਕੱਪੜੇ ਝਾੜ ਕੇ ਤੇ ਤੁਰਦਾ ਹੁੰਦਾ। ਸੋ ਮਨ ਸ਼ਬਦ ਮਰੈ ਪ੍ਰਤੀਤ ਹੋਏ, ਹਉਮੈ ਤਜੇ ਵਿਕਾਰ। ਪ੍ਰਤੀਤ ਦੀ ਇੰਨੀ ਜ਼ਬਰਦਸਤ ਰਿਐਕਸ਼ਨ ਹੈ। ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਭੰਡਾਰ। ਹੋਰ ਕਹੋ ਨਾਨਕ ਮਨ ਭਈ ਪ੍ਰਤੀਤ, ਨਿਰਮਲ ਜਸ ਪੀਵੈ ਜਨ ਨੀਤ। ਹੁਣ ਪ੍ਰਤੀਤ ਕੋਈ ਇਹੋ ਜੀ ਚੀਜ਼ ਹੈ, ਵਿਸ਼ਵਾਸ, ਸਿੱਦਕ, ਭਰੋਸਾ, ਇਹ ਕਹਿਣਾ ਤੇ ਠੀਕ ਹੈ, ਪਰ ਕੀ ਮੇਰਾ ਭਰੋਸਾ, ਯਕੀਨ, ਵਿਸ਼ਵਾਸ ਇਸ ਲੈਵਲ ਤੇ ਹੈਗਾ ਕਿ ਨਿਰਮਲ ਜਸ ਪੀਵੇਂ, ਕਿ ਮੈਂ ਉਹਦੀ ਸਿਫਤੋ ਸਲਾਹ ਕਰੀ ਜਾਵਾਂ? I have to think about it. ਇਹ ਸਾਰੀ ਇੰਟਰੋਸਪੈਕਟਿਵ ਹੈ। ਪ੍ਰਤੀਤ ਆਊਟਵਰਡ ਹੋ ਹੀ ਨਹੀਂ ਸਕਦੀ, ਬੋਲਿਆਂ ਵੀ ਮੇਰਾ ਕੋਈ ਫਾਇਦਾ ਨਹੀਂ ਹੋ ਸਕਦਾ, ਇਹ ਮੈਨੂੰ ਮਹਿਸੂਸ ਕਰਨਾ ਪਏਗਾ। ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਓ। ਹੁਣ ਦੇਖੋ, ਪ੍ਰਤੀਤ ਇਸ ਲੈਵਲ ਤੇ ਹੈ, ਸਹਿਜ ਅਵਸਥਾ ਦੇ ਵਿੱਚ ਪ੍ਰੇਮ ਆ ਜਾਏ, ਇਨਕਲਾਨੇਸ਼ਨ ਆ ਜਾਏ। ਕਿਸੇ ਮੇਰੀ ਆਵਾਜ਼ ਕਿਧਰੇ ਬਾਉਂਡ ਕਰ ਰਹੀ ਹੈ, ਰਿਬਾਉਂਡ ਕਰ ਰਹੀ ਹੈ, ਰੈਜ਼ੋਨੈਂਸ, ਆਪਣਾ ਬੰਦ ਕਰ ਦਿਓ ਪਲੀਜ਼। ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਓ, ਸ਼ਬਦੈ ਸਾਧ ਨਾ ਪਾਇਓ। ਦੋ ਗੱਲਾਂ ਹੋਈਆਂ। ਪਹਿਲੇ ਆਇਆ ਕਿ ਸ਼ਬਦ ਦੀ, ਮਨ ਸ਼ਬਦ ਮਰੈ। ਇੱਥੇ ਆ ਗਿਆ ਮਨ ਪ੍ਰਤੀਤ, ਮੇਰੇ ਮਨ ਚ ਪ੍ਰਤੀਤ ਹੀ ਨਹੀਂ ਆਈ, ਸਹਿਜ ਆਇਆ ਹੀ ਨਹੀਂ, ਤੇ ਸ਼ਬਦ ਹੈ ਸਾਧ ਨਾ ਪਾਏ, ਸ਼ਬਦ ਦਾ ਮੈਨੂੰ ਸਵਾਦ ਹੀ ਨਹੀਂ ਆਇਆ। ਇਹ ਉਹਦੀ ਐਬਸੈਂਸ਼ੀਆ ਕੀ ਹੈ? ਪ੍ਰਤੀਤ ਦਾ ਆਪੋਜ਼ਿਟ ਕੀ ਹੈ? ਮਨ ਹੱਠ ਕਿਆ ਗੁਣ ਗਾਏ। ਹੁਣ ਮਨ ਨੂੰ ਜ਼ਬਰਦਸਤੀ ਕਰਕੇ, ਹੱਠ ਕਰਕੇ, ਵੀ ਨਹੀਂ ਮੈਂ ਕਰਨਾ, ਪਾਠ ਕਰਨਾ, ਮੈਂ ਕਲਾਸ ਅਟੈਂਡ ਕਰਨੀ ਹੈ, ਉਹ ਫਿਰ ਉਹਦਾ ਕੀ ਫਾਇਦਾ ਹੋਏਗਾ? ਮਨ ਹੱਠ ਕਿਆ ਗੁਣ ਗਾਏ, ਨਾਨਕ ਆਇਆ ਸੋ ਪਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਇਹ ਹੈ ਪ੍ਰਤੀਤ। Am I making sense or not? ਜਿਹੜੀਆਂ ਬਾਣੀ ਦੀਆਂ ਤੁਕਾਂ ਨੇ, ਇਹ ਕੀ ਮੈਨੂੰ ਟੁੰਬਦੀਆਂ ਨੇ ਕਿ ਨਹੀਂ? ਪ੍ਰਤੀਤ ਹੈਗੀ ਹੈ ਤੇਰੇ ਕੋਲ ਕਿ ਨਹੀਂ? ਇਹ ਵਾਲੀ ਇਹ ਪ੍ਰਤੀਤ ਹੈ।
ਉਹ 5 ਜਿਹੜੇ ਲਫ਼ਜ਼ ਨੇ ਮੈਨੇ ਉਹ ਵੀ ਹੋਣੇ ਚਾਹੀਦੇ ਨੇ, ਪਰ ਇਹ ਕਈ ਵਾਰੀ ਪ੍ਰਤੀਤ ਜਿਹੜੀ ਹੈ ਉਹਨਾਂ ਤੋਂ ਫਾਰ ਐਂਡ ਬਿਯੋਂਡ ਚਲੀ ਜਾਏਗੀ, ਇਜ਼ਨਟ ਇਟ? ਪਰ ਹੈਗੀ ਸਾਰੀ ਇੰਟਰੋਸਪੈਕਟਿਵ ਐਂਡ ਰੈਟਰੋਸਪੈਕਟਿਵ। ਸੱਜਣ ਮਿਲੈ ਸੱਜਣਾ ਜਿਨ ਸਤਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿਨੀ ਧਿਆਇਆ ਸੱਚੇ ਪ੍ਰੇਮ ਪਿਆਰ, ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ, ਇਹ ਸੱਜਣ ਮਿਲੇ ਨਾ ਵਿਛੜੇ ਜੇ ਆਪ ਮੇਲੇ ਕਰਤਾਰ। ਇਹ ਅਸੀਂ ਸਾਰਿਆਂ ਨੇ ਪੜ੍ਹਿਆ ਹੋਇਆ, ਪੜ੍ਹਦੇ ਬਾਣੀ ਸਾਰੀ ਪੜ੍ਹੀ ਹੋਈ ਅਸੀਂ। ਹੁਣ ਅਗਲੀ ਗੱਲ ਨੋਟ ਕਰਨ ਵਾਲੀ ਜੇ, ਇੱਕ ਨਾ there are one kind of people, ਦਰਸ਼ਨ ਕੀ ਪ੍ਰਤੀਤ ਨਾ ਆਈਆ। ਦਰਸ਼ਨ ਅਸੀਂ ਸਾਰੇ ਸਮਝਦੇ ਹਾਂ, to get a touch of Gurbani, to get a jolt from Gurbani। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰੇ ਵਿਚਾਰ। ਮੇਰੇ ਵਰਗਾ ਕਹਿੰਦਾ ਮੈਂ ਤੇ ਵਿਚਾਰ ਰੋਜ਼ ਕਰਦਾ, ਸੋ ਮੈਂ ਤੇ ਮੇਰੇ ਤੇ ਅਪਲਾਈ ਨਹੀਂ ਹੁੰਦਾ। ਨਹੀਂ, ਜੇ ਮੈਂ ਪੜ੍ਹਦਾ ਪਿਆ ਮੇਰੇ ਤੇ ਅਪਲਾਈ ਹੋਣਾ ਹੈ। I have to find my causa prima, ਕਿ ਮੈਂ ਕਿੱਥੇ ਲੈਕ ਕਰ ਰਿਹਾ। ਸ਼ਬਦ ਦੀ ਵਿਚਾਰ ਤਾਂ ਕੀਤੀ ਸਫਲ ਹੈ ਜੇ ਮੈਨੂੰ ਪ੍ਰਤੀਤੀ ਆਈ ਹੈ, ਮੇਰੇ ਅੰਦਰ ਹਿੱਲਿਆ। ਤੇ ਅੰਦਰ ਹਿੱਲਣ ਦਾ ਮਤਲਬ ਹੈ ਕਿ ਮੈਂ ਉਸੇ ਵੇਲੇ ਐਂਡੇਵਰ ਕਰਦਾ ਕਿ I have to change myself, isn't it? Tell me, please. Now it is my own thought. Correct me. It could be, it couldn't be. बस करिए, टू मच हो गया I guess। ਵੀਰ ਜੀ, ਤੇ ਇੱਕ ਪ੍ਰਤੀਤ ਉਹ ਕਿਹੜਾ ਹੁੰਦਾ ਚਾਹੀਦਾ ਕਿ ਜਿਹੜਾ ਕਹਿੰਦੇ ਨੇ ਕਿ ਮੈਨੂੰ ਪ੍ਰਤੀਤ ਹੀ ਨਹੀਂ, ਮੈਨੂੰ ਪਤਾ ਹੀ ਨਹੀਂ। ਹਾਊ ਡੂ ਯੂ ਸਪੈਲ ਦੈਟ? ਉਹ ਫੀਲਿੰਗ ਹੈ, ਇਸ ਚੀਜ਼ ਦੀ ਮੈਨੂੰ ਪ੍ਰਤੀਤ ਹੀ ਨਹੀਂ ਹੋਈ, ਪਤਾ ਹੀ ਨਹੀਂ ਚੱਲਿਆ। ignorance is the same pratiti or it's different? ਨਹੀਂ, ਪ੍ਰਤੀਤ ਤੇ ਲਫ਼ਜ਼ ਸੇਮ ਹੀ ਹੋਏਗਾ ਨਾ, ਉਹਦਾ ਇੰਪੈਕਟ ਜਿਹੜਾ ਉਹ ਡਿਫਰੈਂਟ ਹੋ ਸਕਦਾ ਹੈ ਲਫ਼ਜ਼ਾਂ ਦੇ ਵਿੱਚ, है ना? ਸੋ ਦਰਸ਼ਨ ਕੀ ਪ੍ਰਤੀਤ ਨਾ ਆਇਆ, ਸ਼ਬਦ ਨਾ ਕਰੇ ਵਿਚਾਰ, ਵਿਛੜਿਆ ਕਾ ਕਿਆ ਵਿਛੜਿਆ ਜਿੰਨਾ ਦੂਜੇ ਭਾਏ ਪਿਆਰ। ਇਹ ਨਾਲ ਦੇ ਦਿੱਤਾ ਬਾਣੀ ਨੇ। ਪਿਆਰ ਹੈ ਹੀ ਨਹੀਂ ਸੀਗਾ ਇਨੀਸ਼ੀਅਲੀ ਸ਼ਬਦ ਦੇ ਨਾਲ, ਗੁਰਬਾਣੀ ਦੇ ਨਾਲ, ਉਹਨਾਂ ਪਿਆਰ ਜਿਨ੍ਹਾਂ ਨੂੰ ਦੂਜਾ ਭਾਵ ਦੇ ਨਾਲ ਪਿਆਰ ਸੀ। ਹੈਲੋ, ਸਾਡੀ ਗੱਲ ਦਾ ਜਵਾਬ ਵੀ ਆ ਗਿਆ ਜਿੱਥੋਂ ਸ਼ੁਰੂ ਕੀਤੀ ਸੀ ਕਿ ਵਿਛੜਿਆ ਕਾ ਕਿਆ ਵਿਛੜਿਆ ਜਿੰਨਾ ਦੂਜੇ ਭਾਏ ਪਿਆਰ। ਇੱਕ ਨੂੰ ਛੱਡ ਕੇ ਦੂਜੇ ਦੇ ਨਾਲ ਪਿਆਰ ਕੀਤਾ ਹੋਇਆ ਹੈ, ਹੁਣ ਉਹ ਪਿਆਰ 2 ਮਿੰਟ ਦਾ ਹੈ ਜਾਂ ਸਾਰੀ ਉਮਰ ਦਾ ਹੈ, ਇਟ ਡਜ਼ਨਟ ਮੈਟਰ। ਤੇ ਮਨਮੁਖ ਸੇਤੀ ਦੋਸਤੀ ਥੋੜਿਆਂ ਦਿਨ ਚਾਰ, ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ, ਇਤ ਦੋਸਤੀ ਚੱਲਣ। ਬਾਕੀ ਮਤਲਬ ਸ਼ਬਦ ਦੀ ਅਸੀਂ ਸਮਾਪਤੀ ਨਹੀਂ ਕਰਨੀ। ਇੱਕ ਲਾਸਟ ਕਰ ਲਈਏ ਗੱਲ, ਵੈਸੇ ਤੇ ਬਹੁਤ ਹੈਗਾ ਮੇਰੇ ਕੋਲ, ਬਟ ਲੱਗਦਾ ਪਿਆ ਵੀ ਕੋਈ ਰਿਸਪੌਂਸ ਹੀ ਨਹੀਂ। ਮੈਂ ਇਕੱਲਾ ਹੀ ਭਾਸ਼ਣ ਦੇਣਾ ਤੇ ਮੈਂ ਕਾਹਨੂੰ ਦੇਣਾ? ਆਈ ਨੋ ਮਾਈ ਸੈਲਫ। ਗਲਤੀ ਹੈ ਵੀ ਆਪਾਂ ਉਹਨੂੰ ਪਾਰਟਿਸਿਪੇਟ ਕਰੀਏ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਵ। ਦੇਖੋ, ਜਿੱਥੇ ਪ੍ਰਤੀਤ ਆ ਰਿਹਾ ਉੱਥੇ ਸ਼ਬਦ ਦੇ ਵਿੱਚ ਗੜੂੰਦ ਹੋਣਾ ਆ ਰਿਹਾ। ਸੋ ਉਹ ਜਿਹੜਾ ਵਿਸ਼ਵਾਸ, ਯਕੀਨ, ਸ਼ਰਧਾ, ਉਹ ਸਾਰੀ ਸ਼ਬਦ ਦੇ ਵਿੱਚ ਡੀਪ ਜਾਣਦੀ ਹੈ, ਓਪਰਾ ਸ਼ਬਦ ਨਹੀਂ ਹੈ ਕਿ ਬਰਸਾਤ ਚ ਨਹਾਣਾ ਜ਼ਰੂਰ ਹੈ ਤੇ ਬਰਸਾਤੀ ਲਾਣੀ ਨਹੀਂ ਹੈ, ਉਹਨਾਂ ਪ੍ਰਤੀਤੀ ਨਹੀਂ ਆਣੀ। ਕਹਿੰਦਾ ਜੀ ਨਹਾ ਕੇ ਆਇਆ, ਕਹਿੰਦਾ ਮੈਂ 3 ਘੰਟੇ ਨਹਾ ਕੇ ਆਇਆ। ਸ਼ਾਬਾਸ਼ ਹੈ ਬਈ। ਪਿੰਡੇ ਨੂੰ ਹੱਥ ਲਾਇਆ, ਉਹ ਕਹਿੰਦਾ ਤੇ ਸੁੱਕਾ ਪਿਆ, ਕਹਿੰਦਾ ਲੈ ਬਰਸਾਤੀ ਥੋੜੀ ਲਾਣੀ ਸੀ। ਸੋ ਸਾਡੇ ਕੋਲ ਸਾਰਿਆਂ ਕੋਲ ਏਕਾ ਭਾਵ ਦੀ, ਆਪਣੇ ਭਾਵ ਦੀ, ਦੂਜੇ ਭਾਵ ਦੀ ਬਰਸਾਤੀ ਪਾਈ ਹੋਈ ਹੈ, ਮਾਇਆ ਦੀ ਬਰਸਾਤੀ ਪਾਈ ਹੋਈ ਹੈ, ਵਿਕਾਰਾਂ ਦੀ ਬਰਸਾਤੀ ਪਾਈ ਹੋਈ ਹੈ। ਇਸ ਕਰਕੇ
साडे ते शब्द ना लग, सतगुर की प्रतीत ना आई आ, शब्द ना लागो पाओ उसनो। हुण देखो किन्नी वड्डी गल कहन लगा जे मालक, बर्दाश्त नहीं होनी मैनू। उसनो सुख ना उपजै। लै असी बाणी क्यों पढ़दे हां कि सानू सुख मिले। पातशाह कहंदे जे पुत्र तैनू सतगुर दी प्रतीत नहीं ना आई ते शब्द दे नाल प्यार नहीं पिया ते उस नू सुख उस बंदे नू, मेरी गल है सुख ना उपजै भावें 100 गेड़ा आवो जाओ। लै धक्के खांदा रह तू, इन्नी वड्डी गल है नानक। पर ਇਹਦਾ मतलब ये नहीं है कि डिस्करेज कर रही है बाणी। पातशाह कहते नानक गुरमुख सहज मिले सच्चे सियों लेवला। वो गुरु वाले मुंह ते कर, वो ते खड़ोता होया, तू दरवाजा ही नहीं खोलदा, वो बाहर खड़ोता है। मैं उंज कही जाना कि हाँ मैनू भी बख्श लो जी, अरदासां करी जाना, पर दरवाजा नहीं खोलता। आई थिंक इत्थे ब्रेक ला दी है, नहीं तो मेरा ते होर मेरे ते हाले 4 पेज मैं इकट्ठे कीते हैं। देखो जी मैं अपने मालक कोलों शाबाशी लैन दा हकदार बन जाना, लालच है मैनू। ते देख पाशा मैं अपनी तैयारी करके गई, सारे प्रमाण जिहड़े है ये गुरबाणी दे विचों तुहानू लभदे है। एंड यू टेल मी के प्रतीत यस वो जिहड़ियां 4 चीज़ां असी गल कीती है कि भरोसा, निश्चय, यकीन, शरधा, सिदक, विश्वास। हाँ जी प्रतीत की है जी, असी फटाफट रट देने हैं। पर जिहड़ी एक्चुअल प्रतीत है वो इन्हां तो उत्ते नहीं है जिहड़ी आपां हुणे गल्लां कीतियां ने। यस और नो? लगदा नहीं कि मेरा यकीन नहीं है, ये कुछ क्रूड टाइप च यकीन है, ये मेरा भरोसा ही नहीं है, किधरे डीप डाउन भरोसा है, यू नो। हाँ जी। So, uncle, the pratit is basically love for God, thirst for God, right? Pratit means love. Faith is there. You can say that. It's not we यही तो बेटा सी गल कीती ना कि we cannot express it in just one way. Yeah, but like it pratit is everywhere. By and large, yes, it is love and sacrifice. First of all, acceptance. ਆਪਾਂ ਹੁਣੇ ਗੱਲ ਕੀਤੀ ਸੀ, ਫਿਰ ਉਹਦੇ ਲਈ love / respect। ਪਰ ਉਹ ਜੀ ਰਿਸਪੈਕਟ ਨਹੀਂ ਹੈ ਕਿ ਜਿੱਦੋਂ ਲੜ ਵੀ ਪਈਏ ਤੇ ਸਾਰਾ ਕੁਝ ਕਰ ਲਈਏ, ਯੂ نو, ਜੋ ਅਸੀਂ ਦੁਨੀਆ 'ਚ ਕਰਦੇ ਹਾਂ। ਸਰੈਂਡਰ। ਹਾਂ, ਵਿਦ ਕੰਪਲੀਟ ਸਰੈਂਡਰ। ਲਵ ਜਿਹੜਾ ਹੈ ਅਨਕੰਡੀਸ਼ਨਲ ਲਵ। ਫਿਰ ਸ਼ਬਦ ਦੇ ਵਿੱਚ ਜੁੜਿਆ ਜਾਏਗਾ। ਬਾਈ ਦੀ ਵੇ ਅੱਜ ਮੈਨੂੰ ਫਿਰ ਮੈਂ ਰਿਪੀਟ ਕਰ ਦਿੰਦਾ ਕਿਉਂਕਿ ਮੇਰਾ ਤੇ ਕੰਮ ਹੈ ਭੌਂਕਣਾ। ਇਤਮਾਰਗ ਚੱਲੇ ਭਾਈੜੇ ਗੁਰ ਕਾਹੇ ਸੁਕਾਰ ਕਮਾਏ ਜਿਓ, ਤਿਆਗੇ ਮਰ ਗਈ ਮਤੜੀ ਵੇ ਸਾਰੇ ਦੂਜਾ ਭਾਵ ਜਿਓ, ਪਾਵੇਂ ਦਰ ਦਰਸਾਵਣਾ ਨਾ ਲੱਗੇ ਤੱਤੀ ਭਾਵ ਜੀ। ਦੂਜੇ ਭਾਵ ਦੀ ਵੀ ਗੱਲ ਹੈਗੀ ਸੀ, ਮਨ ਦੀ ਮਤ ਦੀ ਗੱਲ ਵੀ, ਆਈਨੈਸ ਦੀ ਗੱਲ ਵੀ ਹੈਗੀ ਸੀ, ਤੇ ਗੁਰ ਕਹੇ ਸੁਕਾਰ ਦੀ ਵੀ ਗੱਲ ਹੈਗੀ ਸੀ। ਇਉਂ ਪਾਵੇਂ ਹਰ ਦਰਸਾਵਣਾ, thus your goal would be achieved। ਇਹ ਇੱਕ ਇਹੋ ਜਿਹੀ ਪਾਤਸ਼ਾਹ ਨੇ ਰਹਿਮਤ, ਸਾਰੀ ਬਾਣੀ ਮਰ ਜਾਣ ਦੇ ਕਾਬਲ ਹੈ, ਪਰ ਮੇਰਾ ਪਰਸਨਲ ਐਕਸਪੀਰੀਅੰਸ ਹੀ ਮੈਂ ਸ਼ੇਅਰ ਕੀਤਾ ਸੀ ਕਿ ਇਹ ਜਿਹੜੀਆਂ 3 ਲਾਈਨਾਂ ਨੇ ਇਹ ਤੁਹਾਨੂੰ ਇੱਕ ਫੈਂਸ ਦੇ ਦਿੰਦੀਆਂ ਐਕਚੁਅਲਾਈਜ਼ ਕਰਨ ਦੇ ਲਈ ਕਿ ਓਕੇ ਮੈਂ ਜਿਹੜੀ ਗੱਲ ਕਰਨ ਲੱਗਾ ਇਹ ਗੁਰੂ ਕਹਿ ਰਿਹਾ ਕਿ ਨਹੀਂ ਕਰਨੀ, ਮੈਂ ਆਪਣੀ ਮਰਜ਼ੀ ਤੇ ਨਹੀਂ ਮਾਰ ਰਿਹਾ ਤੇ ਮੈਂ ਦੂਜਾ ਭਾਵ ਤੇ ਨਹੀਂ ਕਰ ਰਿਹਾ। ਸੋ ਇਹ ਚੈੱਕ ਲਿਸਟ ਹੈਗੀ ਆਪਣੇ ਕੋਲ, ਮਨੁੱਖ ਦੇ ਕੋਲ। Questions? ਇਹ ਪ੍ਰਤੀਤ
इस कैन वी से कि ये एक प्रोसेस है, स्लोली आएगा या प्रकट हो सकता है सीधा? नहीं है, स्पॉन्टेनियस भी है। यू नो, भुख लगी है, पहली गल भुख लगनी जरूरी है ना। हुण भुख लगी है ते रोटी खाधी, कई बारी इन्ना स्वाद आ गया कि दूजी रोटी खाने की लोड़ ही नहीं, पता भी एवें ढिड ही वधावांगे, की लोड़ है। ते कई बारी खाई गए ते क्या हाल यार, नीयत नहीं भरी। राइट, सो इट डिपेंड्स। पर मेरी सुरत जेड़ी भुख लगनी जरूरी है। साचे नाम की लागै भूख, ये नहीं क्या कि उस बंदे दे दुख चले जाणगे। जिन्नी तेनों भुख, तित भुख है खाए चलिए दुख, वो भुख जिहड़ी है तेरे दुख खत्म करेगी। तू नहीं कर सकदा अपने दुख खत्म, माइंड यू सी। भुख दुख मिटा सकती है। मैं कहना कि मैं पाठ किया ते मेरे दुख मिट जाएंगे, सीरियल हो गया ना। ये प्रतीति की गल आ गई, फिर महसूसियत। ते ये सारे जेडे अल्फाज ने ना कई बारी एक्सप्रैस नहीं कर पाते हुण, क्योंकि ये सारे अकल तो निकलते हैं ना, ते अकल दे विच ब्लिस नहीं आ सकता, विवेक दे विच ब्लिस हैगा। किरपा जिहड़ी है विवेक दे विच है। विवेक जिहड़ी है वो दुनियावी इंटैलीजेंस तो ऊपर है। एक दुनियावी नॉन इंटैलीजेंट और दुनियावी डफर जिहड़ा है वो भी विवेक की गल कर सकता है। पर एक इंटैलीजेंट जिहड़ा है वो भी विवेक की गल नहीं कर पाएगा। सी, इट इज टोटली डिफरेंट डोमेन। इस करके बाणी च लिखिया, बाणी कहती है अपने कोलों नहीं कहना, जो प्राणी निस दिन हार त्यावै, पढ़िया अनपढ़िया परमगत पावै। कुछ आन लगा परमजीत जी? है मैं कह लै भी आई सेटल अप हो रही है। जितनी प्रतीत जितनी होएगी उन्ना प्यार भी आएगा, जितना प्यार आएगा उन्नी प्रतीत भी होएगी। There you go. आपस दे विच सेल्फ नर्चरिंग है इन अ वे। Isn't it beautiful? आई भी दिती गई है, जे एयर नहीं ना लै रहा हो तो उन्हें जाना ही नहीं। जिन्नी एयर सक करी जाएगा ओनी इन्फ्यूजन हो जाएगा। I look at this way. हाँ जी, this is me. That's what I am, where I am. I think it's hard to explain. The most important thing is the primary is oneness that पर no if and but पूरा 100% प्रतीत होना पड़ेगा। तुसी अगर 1340 पेज पूरा ज्ञान भी हो जाए, अगर प्रतीत नहीं है, you are nowhere. So you said it, sir. It's very important. You said it. Excellent. Because प्रतीत है कि मैं इथे पहुंचे, जिथे पहुंचे, प्रतीत नहीं होता तो I would be like other people. Yep, you said it. No variation, period. That's it. In other words,
मैं अगे भी ये गल इनू सॉरी मैनू ब्रैगिंग ना समझ लेना, मैनू तकलीफ होंदी है, सच्ची गल तो है, मैनू अफसोस होंदा है कि तुसी सारे हुण इन्ने पुराने हो चुके हो क्लासां अटेंड करके, पर जदों याद नहीं हुंदा ते फिर चंगा नहीं लगदा है ना, तां मैनू अफसोस हुंदा है। एक एग्जाम्पल दित्ती सी, अज फिर दे दिन्ने आ क्योंकि टॉपिक दोबारा चल रहा है, सो माफ करना जिन्हों याद हो मैनू रीअटरेट ना करे कि मैं रिपीट करता रहना। देयर आर सर्टन थिंग्स दैट नीड टू बी रिपीटेड। कार्निवल च मैं गया, बच्चे दी उंगल फड़ी हुई है ते मैं बच्चे नू कहना पुत्र उंगली फड़ के रखी, जे तू लॉस्ट हो गया ना ते इट्स सो मच ट्रैफिक के आई वोंट फाइंड यू एंड यू ट्राई दैट। बच्चा काफी देर उंगली फड़ी रखता है, तो जब तक उंगली फड़ी रखता है मैं उन्होंने कहना अच्छा प्यास लगी है, खाना है, कुछ है करना है, मैं उन्होंने पूछी जाना। तो एक ह्यूमन बिहेवियर का पार्ट है कि मैं उहदी उंगली ऐदा दबांदा रहना थोड़ी थोड़ी देर बाद, तो वह भी मेरे हाथ नूं फील करता रहता, फीलिंग। पर बच्चा उंगली छड़ा के दौड़दा, गवाच जाता है, ਜਿਹੜੇ ਰੈੱਡ ਕਰਾਸ ਵਾਲੇ ਫੜਦੇ ਆ, ਅਨਾਉਂਸ ਕਰਦੇ ਆ, ਤੇ ਮੈਂ ਉਹਨੂੰ ਜਾ ਕੇ ਕਹਿਣਾ ਕਿਹਾ ਸੀ ਨਾ ਤੈਨੂੰ ਹੱਥ ਫੜ ਕੇ ਚੱਲੀ। ਇਹ ਸਾਡੀ ਜ਼ਿੰਦਗੀ 'ਚ ਹੁੰਦਾ ਹੈ। ਹੁਣ ਮੈਂ ਬੱਚਾ ਵਾਂ, ਅਕਾਲ ਪੁਰਖ ਮੇਰਾ ਪਿਓ ਹੈ। ਜਿਹੜੀ ਅਮਰਜੀਤ ਜੀ ਨੇ ਗੱਲ ਕਹੀ ਉੱਥੋਂ ਮੈਨੂੰ ਹੈ ਯਾਦ ਆਇਆ 100% ਉਂਗਲੀ ਛੱਡਣੀ ਨਹੀਂ ਮੈਂ। ਤੇ ਪਾਤਸ਼ਾਹ ਨੇ ਗੁਰਬਾਣੀ 'ਚ ਉਹਨੂੰ ਕਿਹਾ ਕਿ ਜਾਂ ਪੱਕਾ ਤਾਂ ਕੱਟਿਆ, ਰਹੀ ਸੋ ਪੱਲਰਵਾੜ। ਕਹਿੰਦੇ ਦਾਣਾ ਜਦੋਂ ਪੱਕ ਗਿਆ ਨਾ, ਫਸਲ ਪੱਕ ਗਈ ਤਾਂ ਉਹਨੂੰ ਵੱਢ ਲਿਆ, ਰਹੀ ਸੋ ਪੱਲਰਵਾੜ ਜਿਹੜੀ ਲਹਿਲਹਾਉਂਦੀ ਪਈ ਸੀ। ਤੇ ਕਹਿੰਦੇ ਫਿਰ ਨੈਕਸਟ ਸਟੈਪ ਕੀ ਹੋਇਆ, ਸਣ ਕੀ ਸਾਰਾਂ ਚੱਥਿਆ ਕਣ ਲਿਆ ਤਨ ਝਾੜ। ਫਿਰ ਉਹਨੂੰ ਗਾ ਲਿਆ ਗਿਆ, ਦਾਣੇ ਅਲੱਗ ਕਰ ਲਏ ਤੇ ਹੇ ਜਿਹੜੀ ਸੀ ਅਲੱਗ ਕਰਤੀ। ਫਿਰ ਤੀਸਰੀ ਸਟੇਜ ਕਹਿੰਦੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਟ। ਜਨਾਨੀਆਂ ਜਿਹੜੀਆਂ ਸੀ ਬੁੜੀਆਂ, ਉਹਨਾਂ ਨੇ ਚੱਕੀ ਢਾ ਲਈ ਤੇ ਦਾਣੇ ਪੀਣ ਲੱਗ ਪਈਆਂ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਦਾਣੇ ਪਾਉਂਦੇ ਆ ਤੇ ਉਹਦੇ 'ਚ ਇੱਕ ਕਿੱਲੀ ਹੁੰਦੀ ਹੈ ਜਿਹਨੂੰ ਪਿਵਟ ਕਹਿੰਦੇ ਆ ਗ੍ਰਾਈਂਡਰ ਦਾ। ਦਾਣੇ ਪਾਈ ਜਾਂਦੇ ਆ, ਚੱਕੀ ਗੇੜੀ ਜਾਂਦੇ ਆ, ਆਟਾ ਹੋਈ ਜਾਂਦੇ ਨੇ, ਪਰ ਹੈਰਾਨਗੀ ਇਹ ਹੁੰਦੀ ਹੈ ਕੁਝ ਕੁ ਦਾਣੇ ਬਾਹਰ ਆ ਜਾਂਦੇ ਨੇ। ਹੈਵ ਯੂ ਨੋਟਿਸਡ? ਦੇਖੋ ਪਾਤਸ਼ਾਹ ਕਿੰਨੀ ਵੱਡੀ ਸਾਈਕੋਲੋਜੀਕਲ ਅਪਰੋਚ ਦੇ ਨਾਲ ਗੱਲ ਕਰਦੇ ਨੇ, ਪ੍ਰੈਕਟੀਕਲ ਸਾਈਕੋਲੋਜੀ। ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਜਨਾਨੀਆਂ ਜਿਹੜੀਆਂ ਹੁੰਦੀਆਂ ਉਹ ਦਾਣਿਆਂ ਨੂੰ ਫੇਰ ਵਿੱਚ ਪਾ ਦਿੰਦੀਆਂ, ਫਿਰ ਉਹ ਆਟਾ ਹੋ ਜਾਂਦੇ ਨੇ। ਪਰ ਦਾਣੇ ਪਾਈ ਜਾਂਦੀਆਂ ਨੇ, ਦਾਣੇ ਆਈ ਜਾਂਦੇ ਨੇ ਉੱਪਰ। ਪਾਤਸ਼ਾਹ ਕਹਿੰਦੇ ਨੇ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਟ। ਕਹਿੰਦੇ ਜੋ ਦਰ ਰਹੇ, ਦਰ ਮੈਨੇ ਚੱਕ ਉਹ ਕਿੱਲੀ ਪਿਵਟ, ਸੋ ਉਭਰੇ ਨਾਨਕਾ ਅਜਬ ਡਿਠ। ਮਾਲਕ ਕਹਿੰਦੇ ਵੀ ਐਡਾ ਅਜੀਬ ਦੇਖਿਆ ਮੈਂ, ਇੰਨੀ ਅਜਾਬਤ ਦੇਖੀ। ਜਿਹੜੇ ਕਿੱਲੀ ਦੇ ਨਾਲ ਲੱਗੇ ਰਹਿ ਗਏ ਨਾ, ਉਹ ਆਟਾ ਨਹੀਂ ਹੋਇਆ, ਉਹ ਪੌਪ ਆਊਟ ਕਰ ਗਏ, ਪਰ ਬਾਕੀ ਸਾਰੇ ਆਟਾ ਹੋ ਗਏ। So when Amarjit ji said कि 100%, that is what 100% is, कि हाँ ना छोड़ो कंत पासरा, सदा रंगीला लाल प्यारा ए महंजा आसरा। नहीं छड़ना मैं, तेरी भगत ना छोड़ो भावें लोक हस, भरी पई है बाणी। ਜਦੋਂ ਸੁਣਦੇ ਆ ਤੇ ਕਿੰਨਾ ਚੰਗਾ ਲੱਗਦਾ, ਤੇ ਮਨ ਦੇ ਸਾਰੇ ਫੁਰਨੇ ਵੀ ਖਤਮ ਹੋ ਜਾਂਦੇ ਆ। ਇਹ ਵਨਨੈਸ ਨਹੀਂ। ਤੇ ਚਲੋ ਜਮਾਨੇ ਆ, ਫਿਰ ਹੁਣ ਕੋਵਿਡ ਦੀ ਗੱਲ ਕਰਦੇ, ਸਾਰੇ ਬੋਲਾਂਗੇ। Bridget, there's another example
इंडियन मतलब के जरा महाभारत जिसने सुदामा जी ने कृष्ण भगवान तो पूरा प्रतीत से लोग इन गुरबानी ते भी आ रहा आंदा है कि जब सुदामा आंदा तो गुरु जी उन्होंने मतलब कृष्ण भगवान उन्होंने ਅੱਗੇ ਜਾ ਕੇ मिलते ਉਹ ਗੁਰਬਾਣੀ 'ਚ ਨਹੀਂ ਆਂਦਾ। हाँ जी ਉਹ ਭਾਈ ਗੁਰਦਾਸ ਚ ਆਂਦਾ। भाई गुरदास जी है ना? So questions. Uncle, you said that ki sanu hat pakadna penda hai, like, you know, Guruji da, like we have to hold the hand when you were giving the carnival example. I've heard the other way, ਅਸੀਂ ਅਰਦਾਸ ਕਰਾਂ ਤਾਂ ਅਸੀਂ ਕਹਿੰਦੇ ਵਾਹਿਗੁਰੂ ਜੀ ਸਾਡਾ ਟੁੱਟ ਸਕਦਾ ਹੈ but ਤੁਸੀਂ ਸਾਨੂੰ ਪਕੜ ਕੇ ਰੱਖੋ. What's the difference? Do I make sense? ਸਾਨੂੰ we never mean it ਕਿ ਤੁਸੀਂ ਸਾਨੂੰ ਪਕੜ ਕੇ ਰੱਖੋ. I mean, we never mean it. Sorry. ਕਿੱਦਾਂ? ਅਸੀਂ ਸਾਨੂੰ ਆਦਤ ਪਈ ਹੋਈ ਹੈ, ਇੰਨੇ ਸਾਲ ਹੋ ਗਏ. Tell me. ਅਸੀਂ ਕਹੀ ਜਾਂਦੇ ਆ ਅਰਦਾਸ ਦੇ ਵਿੱਚ ਤੁਸੀਂ ਸਾਨੂੰ ਪਕੜ ਕੇ ਰੱਖੋ ਤੇ is he deaf? ਉਹਨੇ ਕਿਉਂ ਨਹੀਂ ਫੜਿਆ ਮੈਨੂੰ? ਮੈਂ ਕਿਉਂ ਡਿਵੀਏਟ ਕਰ ਜਾਣਾ? ਮੈਂ ਕਿਉਂ ਸੈਡਿਊਸ ਹੋ ਜਾਣਾ? ਕੀ ਨੁਕਸ ਹੋਏਗਾ? ਮੇਰੇ ਕਹਿਣ 'ਚ ਹੀ ਨਾ, ਉਹਦੇ ਕਰਨ 'ਚ ਤੇ ਨੁਕਸ ਨਹੀਂ ਹੋ ਸਕਦਾ ਨਾ. So I might not have meant it. ਮੈਂ blame ਜਿਹੜਾ ਆਪਣੇ ਆਪ ਨੂੰ ਦੇ ਸਕਦਾ, benefit of doubt. ਹੋ ਸਕਦਾ ਹੈ ਕਿ ਮੈਨੂੰ ਇਹ ਪਤਾ ਹੀ ਨਾ ਹੋਵੇ ਕਿ ਉਹਨੇ ਕਿੱਦਾਂ ਫੜਨਾ ਮੈਨੂੰ. ਉਹਨੇ ਹੱਥ ਤੇ ਛੜਾਣਾ, ਹੱਥ ਤੇ ਫੜਨਾ ਨਹੀਂ ਹੈ ਮੇਰਾ ਆ ਕੇ ਕਿ ਕਿੱਥੇ ਚੱਲੀ ਹੈ ਸੋਨਲ. ਉਹਨੇ ਥਾਟ ਦੇਣਾ ਮੈਨੂੰ. ਹੁਣ ਮੈਂ ਚੱਲੀ ਆ, ਮੈਂ ਸ਼ਾਮੀ ਆਈ ਆ ਥੱਕੀ ਹੋਈ ਤੇ ਮੈਂ ਕਹਿੰਦੀ ਚਲੋ ਪਾਰਟੀ ਸ਼ਾਟੀ ਚੱਲੀ, ਅੱਜ ਫਰਾਈਡੇ ਹੈ. ਹੁਣ ਉਹਨੇ ਹੱਥ ਤੇ ਨਹੀਂ ਫੜਨਾ ਕਿ ਕਿੱਥੇ ਚੱਲੀ ਹੈ, ਤੂੰ ਸਵੇਰੇ ਕਿਹਾ ਸੀਗਾ ਮੇਰਾ ਹੱਥ ਫੜੋ. ਥਾਟ ਦੇਗਾ, ਕੀ ਕਰੇਂਗੀ ਜਾ ਕੇ, ਛੱਡ ਪਰੇ. ਦੈਟਸ ਇਟ. ਜੇ ਉਸ ਥਾਟ ਨੂੰ ਮੈਂ ਓਵਰਪਾਵਰ ਕਰ ਲਿਆ ਤੇ ਮੈਂ ਹੱਥ ਛੁਡਾ ਲਿਆ. ਪਰ ਜੇ ਉਹ ਥਾਟ ਨੂੰ ਲੈ ਕੇ ਪੜ੍ਹ ਕੇ ਅਸਿਮਿਲੇਟ ਕਰਕੇ ਮੈਂ ਉਹਦੇ ਅਕੋਰਡਿੰਗਲੀ ਐਕਟ ਕੀਤਾ, ਨਹੀਂ ਜਾਣਾ ਅੱਜ ਮੈਂ, ਉਹਨੇ ਹੱਥ ਫੜ ਲਿਆ. So we have to do. ਹੈਗਾ ਤੇ ਸਾਰਾ ਮੇਰੇ ਕੋਲ ਹੀ ਹੈ ਨਾ, ਬਟ ਉਹਨੇ ਤੇ ਥਾਟ ਦੇਣੀ ਹੈ ਨਾ. ਹਾਂਜੀ, ਬਸ ਕਰੀਏ. ਕਿਆ ਚੰਗਾ ਹੋਵੇ ਇਸ ਤਰ੍ਹਾਂ ਅਸੀਂ ਜਦੋਂ ਆਈਏ ਨਾ ਅਗਲੀ ਵਾਰੀ ਤੇ ਸਾਰੇ ਏਦਾਂ ਬਹਿ ਜਾਈਏ ਜਿੱਦਾਂ ਕੋਈ ਮਰ ਗਿਆ ਹੁੰਦਾ. ਮਕਾਨੀ ਜਾ ਕੇ ਬੈਠੀ ਦੇ ਨਾ, ਉਦੋਂ ਨਜ਼ਰਾਂ ਨਹੀਂ ਮਿਲਾਈ ਦੀਆਂ ਕਿਸੇ ਨਾਲ. ਕਹਿੰਦੇ ਮਕਾਨੀ ਆਇਆ ਤੂੰ, ਕਿਉਂਕਿ ਸਾਰੀ ਚੰਚਲਤਾ ਮਨ ਦੀ ਖਤਮ ਹੋ ਗਈ ਹੁੰਦੀ ਹੈ ਨਾ ਉੱਥੇ. ਕੁਝ ਖਤਮ ਹੋ ਗਈ ਹੁੰਦੀ ਹੈ ਤੇ ਕੁਝ ਅਸੀਂ ਕਰ ਦੇਈਦੀ ਹੈ ਵੀ ਐਵੇਂ ਲੋਕ ਕਹਿਣਗੇ ਦੰਦ ਕੱਢਦਾ ਪਿਆ. ਉਦੋਂ ਟੈਕਸਟਿੰਗ ਵੀ ਜਿਹੜੀ ਹੈ ਨਾ ਉਹ ਵੀ ਮਤਲਬ ਜੇਬ ਦੇ ਅੰਦਰੋਂ ਹੀ ਦੇਖਦੇ ਆ ਵੀ ਕੋਈ ਦੇਖੇ ਨਾ ਤੇ ਮੈਂ ਮਾਰ ਲਵਾਂ, ਪੜ ਲਵਾਂ. ਸੋ ਅਗਲੀ ਵਾਰੀ ਦੀ ਪ੍ਰੈਕਟਿਸ ਕਰਾਂਗੇ. ਹਾਊਸ ਦੈਟ? ਚਲੋ ਸਮਾਪਤੀ ਕੌਣ ਕਰੇਗਾ ਜੀ? ਫਟਾਫਟ ਹੱਥ ਖੜਾ ਕਰ ਦਿਆ ਕਰੋ. ਕੋਈ ਨਹੀਂ, ਚਲੋ. ਹਾਂਜੀ ਅਮਰਜੀਤ ਜੀ. ਹਾਂਜੀ ਓਕੇ. ਵਾਹਿਗੁਰੂ ਜੀ एक ओंकार सतनाम करता पुरख निरभव निर्वैर अकाल मूर्त अजूनी सैभं गुर प्रसाद. एक ओंकार सतनाम करता पुरख निरभव निर्वैर अकाल मूर्त अजूनी सैभं गुर प्रसाद. एक ओंकार सतनाम करता पुरख निरभव निर्वैर अकाल मूर्त अजूनी सैभं गुर प्रसाद. एक ओंकार सतनाम
करता पुरख निरभव निर्वैर अकाल मूर्त अजूनी सैभं गुर प्रसाद। एक ओंकार सतनाम करता पुरख निरभव निर्वैर अकाल मूर्त अजूनी सैभं गुर प्रसाद। पौड़ी जा तू मेरे वल है तां क्या मोचंदा, तुत सब कुछ मैनू सौंपिया जा तेरा बंदा। जा तू मेरे वल है तां क्या मोचंदा, तुझ सब कुछ मैनू सौंपिया जा तेरा बंदा। लक्ष्मी तोत ना आवई खाए खर्च रहंदा, लख 84 मैदनी सब सेव करंदा। है वैरी मित्र सब कीतिया न मंगे मंदा, लेखा कोई न पुझी जा हर बख्शंदा। आनंद पिया सुख पाया मिल गुर गोबिंदा, सबे काज सवारिए जा तुत पावंदा। सबे काज सवारिए जा तुत पावंदा। वाहिगुरु 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 वाहिगुरु। वाहिगुरु जी का खालसा ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਆ ਸੁਣਿਆ ਮਾਫ ਜੀ, ਇਸ ਕਲਾਸ ਦੇ ਵਿੱਚ ਤੇ ਕਿਆ ਸੁਣਿਆ